ਤਾਂ ਫਿਰ ਇਹ ਫੈਕਟਰੀ ਮਾਲਬਰੋਜ਼ ਜਿਹਦੇ ਖਿਲਾਫ ਜ਼ੀਰਾ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਹੈ ਔਰ ਜਿਹਦੇ ਤੇ ਲੋਕਾਂ ਦਾ ਕਹਿਣਾ ਇਹ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਇਹਦਾ ਉਦਘਾਟਨ ਕਰਨ ਗਏ ਸੀ, ਉਹ ਕੋਈ ਹੋ ਗਿਆ ਜੀ ਪੋਲੀਟੀਕਲ ਬੰਦਾ ਕੋਈ ਕਾਰੋਬਾਰ ਨਾ ਕਰੇ, ਫਲਾਣਾ ਜੀ ਟਰਾਂਸਪੋਰਟ ਦਾ ਕਾਰੋਬਾਰ ਕਰਦਾ ਜੀ, ਇਹ ਨਹੀਂ ਦੇਖਦੇ ਕਿ 1947 ਤੋਂ ਪਹਿਲਾਂ ਦੇ ਜਦੋਂ ਪੂਰੇ ਹਿੰਦੁਸਤਾਨ 'ਚ ਕਿਸੇ ਵਿਰਲੇ ਟਾਵੇਂ ਦੀ ਟਰਾਂਸਪੋਰਟ ਹੁੰਦੀ ਸੀ ਤੇ ਬਾਦਲਾਂ ਦੀ ਟਰਾਂਸਪੋਰਟ ਸੀ। ਪੋਲੀਟੀਕਲ ਲੋਕਾਂ ਦਾ, ਸਿਆਸਤਦਾਨਾਂ ਦਾ ਆਪਣੀਆਂ ਫੈਕਟਰੀਆਂ ਨੇ ਸ਼ਰਾਬ ਦੀਆਂ, ਕਿੰਨੇ ਕੁ ਉਹਨਾਂ ਦੇ ਹਿੱਸੇ ਨੇ ਔਰ ਕਿਵੇਂ ਇਹ ਸਾਰਾ ਕਾਰੋਬਾਰ ਜਿਹੜਾ ਬੜੀ ਛੇਤੀ ਪਨਪਿਆ ਆ, ਕਿਉਂਕਿ ਹੂਜ ਟ੍ਰੈਜੇਡੀ ਤੁਹਾਡੇ ਏਰੀਆ ਦੇ ਵਿੱਚ ਹੋਈ ਸੀਗੀ ਜੀ। ਤੁਹਾਨੂੰ ਯਾਦ ਹੋਏਗਾ ਕਿੰਨੀਆਂ ਮੌਤਾਂ ਉਹਦੇ ਵਿੱਚ ਹੋਈਆਂ ਸੀ। ਕਿਸੇ ਸਰਨਾ ਫੈਮਿਲੀ ਜਿਹੜੀ ਦਿੱਲੀ ਤੋਂ ਹੈਗੀ ਆ, ਉਹਨਾਂ ਦੇ ਨਾਲ ਜੁੜੀ ਹੋਈ ਇੱਕ ਡਿਸਟਿਲਰੀ ਦੇ ਉੱਤੇ ਇਲਜ਼ਾਮ ਆਉਂਦੇ ਨੇ ਕਿ ਉਹਨਾਂ ਨੇ ਪਾਣੀ ਬਿਆਸ ਦੇ ਵਿੱਚ ਫੇਂਕਿਆ ਔਰ ਮੱਛੀਆਂ ਮਰੀਆਂ ਸੀ ਕਿੰਨੀਆਂ। ਹੁਣ ਇਹਦੇ 'ਚ ਜਦੋਂ ਵੀ ਕੋਈ ਵੱਡੀ ਟ੍ਰੈਜੇਡੀ ਹੁੰਦੀ ਆ ਤਾਂ ਪੋਲੀਟੀਕਲ ਲਿੰਕ ਨਿਕਲ ਕੇ ਸਾਹਮਣੇ ਆ ਜਾਂਦਾ। ਇੱਕ ਕਮੇਟੀ ਇਹਦੇ ਤੇ ਨਹੀਂ ਹੋਣੀ ਚਾਹੀਦੀ ਜੀ? ਉਹ 2012 ਵਾਲੀ 'ਚ ਐਮਐਲਏ ਬਣ ਗਏ, ਉਸ ਤੋਂ ਬਾਅਦ ਗਏ ਕਿੱਥੇ? ਕਾਂਗਰਸ 'ਚ ਗਏ। ਔਰ ਕਾਂਗਰਸ ਤੋਂ ਬਾਅਦ ਅੱਜ ਕੱਲ੍ਹ ਕਿੱਥੇ ਨੇ? ਤੁਹਾਨੂੰ ਵੀ ਪਤਾ ਹੈ ਕਿ ਜਿਹੜੀ ਦਿੱਲੀ ਦੀ ਸ਼ਰਾਬ ਨੀਤੀ ਹੈ ਤੇ ਪਤਾ ਨਹੀਂ 700 ਕਰੋੜ ਦਾ ਉੱਥੋਂ ਦਾ ਕੰਮ ਹੈ ਤੇ 600-700 ਕਰੋੜ ਦਾ ਕੰਮ ਪੰਜਾਬ ਦਾ ਜਿਹੜਾ ਆ ਦੀਪ ਮਲਹੋਤਰਾ ਜੀ ਕੋਲੇ ਆ। ਤੇ ਜਿੰਨੀ ਸ਼ਰਾਬ ਨੀਤੀ ਹੈ ਦਿੱਲੀ ਦੀ ਤੇ ਪੰਜਾਬ ਦੀ, ਜਿਹ 'ਚ ਸਿਸੋਦੀਆ ਸਾਹਿਬ ਜੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਦਿੱਲੀ ਦੀ ਸਰਕਾਰ ਦਾ ਜ਼ਿਕਰ ਕੀਤਾ ਜਾ ਰਿਹਾ ਕੇਜਰੀਵਾਲ ਸਾਹਿਬ ਜੀ ਦਾ, ਔਰ ਜਿਹਦੇ ਉੱਤੇ ਜਾਂਚ ਵੀ ਚੱਲ ਰਹੀ ਹੈ, ਤੇ ਉਹਦੇ ਵਿੱਚ ਦੀਪ ਮਲਹੋਤਰਾ ਦਾ ਅੱਜ ਕੀ ਰੋਲ ਆ ਰਿਹਾ ਹੈ? ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਉਹਦੀਆਂ ਰਿਪੋਰਟਸ ਦੇ ਵਿੱਚ ਕੁਝ ਵੀ ਇਦਾਂ ਦਾ ਪੋਲਿਊਸ਼ਨ ਨਹੀਂ ਆਇਆ। ਇਹਦੇ ਤੇ ਫਿਰ ਤੁਸੀਂ, ਕਿਉਂਕਿ ਪਹਿਲਾਂ ਵੀ ਕਮੇਟੀ ਦੀ ਰਿਪੋਰਟ 'ਚ ਤੁਸੀਂ ਅਧਿਕਾਰੀਆਂ ਦੇ ਉੱਤੇ, ਬੋਰਡ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਇਹ ਨਾਲ ਰਲੇ ਹੋਏ ਨੇ ਐਂਡ ਮੈਨੀਪੂਲੇਟ ਕਰਦੇ ਨੇ, ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਹੁਣ ਤੁਹਾਨੂੰ ਕੋਈ ਆਸ਼ੰਕਾ ਹੈਗਾ ਕਿ ਇਹ ਰਿਪੋਰਟਸ ਜਿਹੜੀਆਂ ਨੇ ਮੈਨੀਪੂਲੇਟਡ ਹੋ ਸਕਦੀਆਂ ਨੇ ਸਰਕਾਰ ਦੇ ਹੱਕ 'ਚ ਬੋਲਣ ਲਈ? ਇੱਥੇ ਜੇ ਸਾਂਝ ਪਗਾਈ ਗਈ, ਜਿਹੜੀ ਤੁਸੀਂ ਗੱਲ ਕਰਦੇ ਨੇ ਸਾਂਝਾਂ ਦੀ, ਅਕਾਲੀ ਦਲ ਵੇਲੇ ਨਹੀਂ, ਇੱਥੇ ਸਾਂਝ ਪਗਾਈ ਗਈ ਹੈ ਕਿ ਰਿਪੋਰਟਾਂ ਹੀ ਚੇਂਜ ਕਰ ਦਿੱਤੀਆਂ ਗਈਆਂ। ਉੱਥੇ ਪਾਣੀ ਵੇਖਣ ਵਾਲਾ ਨਹੀਂ। ਹਾਂਜੀ, ਜਿੱਥੋਂ ਮਰਜ਼ੀ ਜਾ ਕੇ ਤੁਸੀਂ ਸੈਂਪਲ ਲੈ ਲਓ ਤੇ ਮੇਰਾ ਖਿਆਲ ਕਿ ਸੈਂਪਲ ਫੇਲ ਆਊਗਾ, ਤੇ ਉਹ ਕਹਿੰਦੇ ਸੈਂਪਲ ਪਾਸ ਹੈ ਜੀ, ਕਿਉਂਕਿ ਬੜੀ ਵੱਡੀ ਸ਼ਕਤੀ ਹੈ ਮਗਰ। ਹਾਂਜੀ, ਇੱਕ ਬੜਾ ਵੱਡਾ ਧਨਾੜ ਬੰਦਾ ਹੈ, ਧਨਾੜ ਬੰਦੇ ਦੇ ਨਾਲ ਇੱਕ ਰਾਜਨੀਤਿਕ ਸ਼ਕਤੀ ਬੜੀ ਵੱਡੀ ਖੜੋਤੀ ਹੈ, ਤੇ ਜਦੋਂ ਉਹ ਸਾਰੀ ਆਣ ਕੇ ਖੜੋਤੀ ਹੋਊਗੀ ਤੇ ਕੌਣ ਵਿਚਾਰੇ ਐਕਸ਼ਨ ਜਾਂ ਜਿਹੜੇ ਉੱਥੇ ਐਸਯੂਸੀ ਹੈਗੇ ਨੇ ਜਾਂ ਐਸਡੀਓ ਜਿਨ੍ਹਾਂ ਨੇ ਜਾਂ ਜਿਹੜੀਆਂ ਲੈਬੋਰਟਰੀਜ਼ ਨੇ ਇਹ ਵੱਖ-ਵੱਖ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ, ਜਿਨ੍ਹਾਂ ਨੇ ਇਹਦੀ ਰਿਪੋਰਟ ਦੇਣੀ ਹੈ, ਕਿਹਦੀ ਜ਼ਰੂਰਤ ਪੈਂਦੀ ਹੈ? ਸੋਸ਼ਲ ਪੋਸਟ ਵੇਖ ਰਹੀ ਸਾਰੀ ਆਡੀਅנס ਦਾ ਮੈਂ ਮਨਵੀਰ ਕੌਰ ਸਵਾਗਤ ਕਰਦੀ ਹਾਂ। ਖੁਸ਼ਖਬਰੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਲੋਕ ਸੰਘਰਸ਼ ਕਰ ਰਹੇ ਨੇ ਵਾਤਾਵਰਣ ਦੇ ਲਈ। ਇੱਕ ਜਾਗਰੂਕਤਾ ਪੈਦਾ ਹੋਈ ਹੈ। ਕੜਕਦੀ ਠੰਡ ਦੇ ਵਿੱਚ ਵੀ ਬੜਾ ਨਿੱਘਾ ਜਿਹਾ ਜੀਰਾ ਦਾ ਇੱਕ ਫੈਕਟਰੀ ਨੂੰ ਬੰਦ ਕਰਾਉਣ ਦਾ ਪ੍ਰੋਟੈਸਟ ਜਿਹੜਾ ਚੱਲਦਾ ਪਿਆ। ਇੱਕ ਨਵਾਂ ਤੱਥ ਸਾਹਮਣੇ ਆਇਆ ਹੈ ਕਿ ਪੰਜਾਬ ਦੀ ਵਿਧਾਨ ਸਭਾ ਨੇ ਸਾਲ 2008 ਦੇ ਵਿੱਚ ਇੱਕ ਆਪਣੀ ਕਮੇਟੀ ਬਣਾਈ ਸੀ, ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਕੁਝ ਐਮਐਲਏ ਲੈ ਕੇ 11 ਮੈਂਬਰੀ ਕਮੇਟੀ ਬਣਾਈ ਗਈ ਸੀ ਔਰ ਉਹਦਾ ਕੰਮ ਕਮੇਟੀ ਦਾ ਇਹ ਸੀ ਕਿ ਜਾਂਚ ਪੜਤਾਲ ਕੀਤੀ ਜਾਵੇ ਕਿ ਗੰਨਾ ਫੈਕਟਰੀਆਂ ਤੇ ਸ਼ਰਾਬ ਫੈਕਟਰੀਆਂ, ਜਿਨ੍ਹਾਂ ਨੂੰ ਡਿਸਟਿਲਰੀਜ਼ ਕਹਿੰਦੇ ਆ, ਉਹਨਾਂ ਵੱਲੋਂ ਕੀ ਪ੍ਰਦੂਸ਼ਣ ਕੀਤਾ ਜਾ ਰਿਹਾ ਆ। ਉਹਦੀ ਪੂਰੀ ਜਾਂਚ ਪੜਤਾਲ ਕਰਨ ਲਈ ਜਿਹੜੀ ਉਹ ਕਮੇਟੀ ਬਣੀ ਸੀ, ਉਸ ਕਮੇਟੀ ਦੇ ਵਿੱਚ ਸਰਦਾਰ ਵਿਰਸਾ ਸਿੰਘ ਵਲਟੋਹਾ, ਪੰਜਾਬ ਦੇ ਸਾਬਕਾ ਐਮਐਲਏ ਸ਼੍ਰੋਮਣੀ ਅਕਾਲੀ ਦਲ ਤੋਂ, ਉਹ ਵੀ ਮੈਂਬਰ ਸਨ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਖਾਸ ਤੌਰ ਤੇ ਹਾਜ਼ਰ ਰਹਿਣਗੇ ਸਰਦਾਰ ਵਿਰਸਾ ਸਿੰਘ ਵਲਟੋਹਾ ਐਂਡ ਜਾਣਕਾਰੀ ਲਵਾਂਗੇ ਇਸ ਮਸਲੇ ਤੇ। ਸਭ ਤੋਂ ਪਹਿਲਾਂ ਮੈਂ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਸਰ ਤੁਹਾਨੂੰ, ਔਰ ਧੰਨਵਾਦ ਸਰ। ਥੈਂਕ ਯੂ ਜੀ, ਮਿਹਰਬਾਨੀ ਜੀ, ਮੇਰੇ ਵੱਲੋਂ ਵੀ ਤੁਹਾਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਕਿਵੇਂ ਦਾ ਯਾਦ ਹੈਗਾ ਤੁਹਾਡੀ ਮੈਮਰੀ ਦੇ ਵਿੱਚ ਤੁਹਾਡਾ ਅੱਖੀ ਡਿੱਠਾ ਹਾਲ? ਤੁਸੀਂ 10 ਫੈਕਟਰੀਜ਼ ਨੂੰ, 10 ਸ਼ਰਾਬ ਦੀਆਂ ਡਿਸਟਿਲਰੀਜ਼ ਨੂੰ ਵਿਜ਼ਿਟ ਕੀਤਾ ਸੀ, ਕਿਵੇਂ ਦਾ ਮਾਹੌਲ ਸੀਗਾ ਜੀ? ਦੇਖੋ, ਜਿੱਥੋਂ ਤੱਕ ਤੇ ਜਦੋਂ ਜਾ ਕੇ ਮੌਕਾ ਦੇਖਿਆ ਹੈ, ਔਰ ਜਿਹੜੀਆਂ ਆਮ ਕਰਕੇ ਡਿਸਟਿਲਰੀ ਦੇ ਵਿੱਚ ਸ਼ਿਕਾਇਤਾਂ ਹੁੰਦੀਆਂ ਨੇ ਕਿ ਜਿਹੜਾ ਡਿਸਚਾਰਜ ਕਰਦੇ ਨੇ ਉਹਨੂੰ ਪ੍ਰੋਪਰ ਤਰੀਕੇ ਨਾਲ ਨਹੀਂ ਕਰਦੇ, ਉਹ ਸਵਾਹ ਕਿੱਥੇ ਜਾਂਦੀ ਹੈ, ਜਾਂ ਜੋ ਵੀ ਸਿਸਟਮ ਹੈ, ਉਹ ਲਗਭਗ ਸਾਰੀਆਂ ਹੀ ਜਿਹੜੀਆਂ ਸ਼ਰਾਬ ਫੈਕਟਰੀਆਂ ਉਹਨਾਂ ਦੇ ਵਿੱਚ ਸਾਰੀ ਥਾਂ ਮਤਲਬ ਇੱਕੋ ਜਿਹਾ ਹਾਲ ਸੀ। ਕਿਸੇ ਥਾਂ ਤੇ ਜ਼ਿਆਦਾ ਮੰਦਾ ਹਾਲ ਸੀ, ਕਿਸੇ ਥਾਂ ਤੇ ਥੋੜਾ ਮੰਦਾ ਹਾਲ ਸੀ। ਔਰ ਤੁਸੀਂ, ਮੇਰਾ ਖਿਆਲ ਹੈ ਕਿ ਜਿਹੜੀ ਵਿਧਾਨ ਸਭਾ ਦੀ ਕਮੇਟੀ ਦੀ, ਜਿਹਦਾ ਮੈਂ ਵੀ ਮੈਂਬਰ ਸੀ, ਉਹਦੀ ਰਿਪੋਰਟ ਜਦੋਂ ਪੜ੍ਹੀ ਹੋਊਗੀ, ਇਸ ਰਿਪੋਰਟ ਦੇ ਵਿੱਚ ਤੁਹਾਨੂੰ ਆਪਣੇ ਆਪ ਹੀ ਐ ਸਾਰੇ ਤੱਥ ਜਿਹੜੇ ਨੇ ਉਗੜਦੇ ਹੋਏ ਸਪਸ਼ਟ ਹੁੰਦੇ ਨਜ਼ਰ ਆਏ ਹੋਣਗੇ ਕਿ ਜਿਹੜੀਆਂ
ਇਨਫੋਰਸਮੈਂਟ ਏਜੰਸੀਜ਼ ਨੇ ਜਿਨ੍ਹਾਂ ਨੇ ਇਹ ਜਿਹੜੀਆਂ ਡਿਸਟਿਲਰੀਜ਼ ਨੇ ਜਾਂ ਜਿਹੜੀਆਂ ਫੈਕਟਰੀਆਂ ਨੇ ਉੱਥੇ ਜੋ ਕੰਮਕਾਜ ਹੋ ਰਿਹਾ ਹੈ ਉਹਨੂੰ ਸਹੀ ਰੂਪ ਚ ਲਾਗੂ ਕਰਨ, ਔਰ ਜਿਨ੍ਹਾਂ ਨੇ ਨਹੀਂ ਲਾਗੂ ਕੀਤਾ ਔਰ ਉਹਨਾਂ ਦਾ ਬਕਾਇਦਾ ਇੱਥੇ ਜ਼ਿਕਰ ਹੈ ਖਾਸ ਕਰਕੇ ਪ੍ਰਦੂਸ਼ਣ ਕੰਟਰੋਲ ਬੋਰਡ ਦਾ। ਔਰ ਇੱਥੋਂ ਤੱਕ ਵੀ ਸਾਨੂੰ ਮੈਂਸ਼ਨ ਕਰਨਾ ਪਿਆ ਕਿ ਜਿਹੜੇ ਸ਼ਰਾਬ ਫੈਕਟਰੀਆਂ ਦੇ ਮਾਲਕ ਨੇ ਉਹ ਜਿਹੜੇ ਨੇ ਉਹਨਾਂ ਦੇ ਨਾਲ ਮਿਲੀ ਭੁਗਤ ਕਰਕੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਜਿਹੜੇ ਨੇ ਉਹ ਰਿਪੋਰਟਾਂ ਗਲਤ ਦਿੰਦੇ ਨੇ, ਤੱਥ ਗਲਤ ਪੇਸ਼ ਕਰਦੇ ਨੇ। ਔਰ ਬੜੀਆਂ ਸਖਤ ਰეკਮੈਂਡੇਸ਼ਨ ਜਿਹੜੀਆਂ ਨੇ ਇਸ ਸਪੈਸ਼ਲ ਕਮੇਟੀ ਬਣੀ ਸੀ, ਇੱਕ ਤੇ ਆਮ ਕਰਕੇ ਵਿਧਾਨ ਸਭਾ ਦੀਆਂ ਕਮੇਟੀਆਂ ਜਿਹੜੀਆਂ ਲਗਾਤਾਰ ਕੰਮ ਕਰਦੀਆਂ ਨੇ, ਪੂਰਾ ਸਾਲ ਕੰਮ ਕਰਦੀਆਂ ਨੇ, ਜਿਨ੍ਹਾਂ ਚ ਐਸਟੀਮੇਟ ਕਮੇਟੀ ਹੈ, ਪਬਲਿਕ ਅਕਾਊਂਟਸ ਕਮੇਟੀ ਹੈ, ਪਬਲਿਕ ਅੰਡਰਟੇਕਿੰਗ ਕਮੇਟੀ ਹੈ, ਪ੍ਰਿਵਿਲੇਜ ਕਮੇਟੀ ਹੈ, ਇਸ ਤਰ੍ਹਾਂ ਕਰਕੇ ਕਾਫੀ ਕਮੇਟੀਜ਼ ਹੁੰਦੀਆਂ ਨੇ ਜਿਹੜੀਆਂ ਲਗਾਤਾਰ ਕੰਮ ਕਰਦੀਆਂ। ਕਿਉਂਕਿ ਸਰਕਾਰ ਜਿਹੜੀ ਹੈ, ਪੰਜਾਬ ਦਾ ਹਰੇਕ ਡਿਪਾਰਟਮੈਂਟ ਜਿਹੜਾ ਹੈ, ਪੰਜਾਬ ਦਾ ਹਰੇਕ ਅਧਿਕਾਰੀ ਜਿਹੜਾ ਹੈ, ਪੰਜਾਬ ਦਾ ਹਰੇਕ ਆਫੀਸਰ ਜਿਹੜਾ ਹੈ, ਔਰ ਪੰਜਾਬ ਦੇ ਮੰਤਰੀ ਇੱਥੋਂ ਤੱਕ ਕਿ ਮੁੱਖ ਮੰਤਰੀ ਵੀ ਜਿਹੜਾ ਹੈ ਉਹ ਵੀ ਵਿਧਾਨ ਸਭਾ ਨੂੰ ਜਵਾਬ ਦੇ। ਤੇ ਵਿਧਾਨ ਸਭਾ ਦਾ ਮਤਲਬ ਇਹ ਨਹੀਂ ਕਿ ਜਦੋਂ ਵਿਧਾਨ ਸਭਾ ਚੱਲਦੀ ਹੈ ਸਿਰਫ ਉਦੋਂ ਨਹੀਂ ਹੁੰਦੀ ਵਿਧਾਨ ਸਭਾ ਸਾਰਾ ਸਾਲ ਚੱਲਦੀ ਹੈ, ਸਾਰਾ ਸਾਲ ਕੰਮ ਕਰਦੇ ਆ। ਔਰ ਐਮਐਲਏ ਸਾਹਿਬਾਨ ਦਾ ਕੰਮ ਜਿਹੜਾ ਆ, ਜਿਹੜੀਆਂ ਵੀ ਕੁਤਾਹੀਆਂ ਨੇ ਵੱਖ-ਵੱਖ ਡਿਪਾਰਟਮੈਂਟਾਂ 'ਚ ਪਾਈਆਂ ਜਾਂਦੀਆਂ ਨੇ ਜਾਂ ਜਿੱਥੇ ਵੀ ਤੁਸੀਂ ਨਿਗਾਹ ਰੱਖਣਾ ਚਾਹੁੰਦੇ ਜੇ, ਉਹ ਵੱਖ-ਵੱਖ ਡਿਪਾਰਟਮੈਂਟ ਵੰਡੇ ਹੁੰਦੇ ਨੇ ਕਮੇਟੀਆਂ ਦੇ ਰਾਹੀਂ, ਤੇ ਉਹ ਜਿਹੜੇ ਐਮਐਲਏ ਸਾਹਿਬਾਨ ਹੁੰਦੇ ਨੇ ਉਹਨਾਂ ਨੇ ਉਹਦੇ ਤੇ ਆਪਦੀ ਨਜ਼ਰ ਰੱਖਣੀ ਹੁੰਦੀ ਆ, ਪੁੱਛ ਪੜਤਾਲ ਕਰਨੀ ਹੁੰਦੀ ਹੈ। ਔਰ ਜਿਹੜੀ ਇਹ ਵਿਧਾਨ ਸਭਾ ਦੀ ਸਪੈਸ਼ਲ ਕਮੇਟੀ ਸੀ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਹੀ ਦਿੱਤਾ ਕਿ 2008 ਦੇ ਵਿੱਚ ਇਹ ਗਠਿਤ ਕੀਤੀ ਗਈ ਸੀ ਤੇ ਇਹਨੇ ਅਕਤੂਬਰ 2010 ਦੇ ਵਿੱਚ ਜਾ ਕੇ ਰਿਪੋਰਟ ਦਿੱਤੀ ਸੀ। ਕਿਉਂਕਿ ਇਹ ਪਹਿਲੋਂ ਤਾਂ ਕੋਈ ਪਤਾ ਨਹੀਂ ਸੀ ਵੀ ਸ਼ਾਇਦ ਛੋਟਾ ਜਿਹਾ ਕੰਮ ਹੈ, ਜਦੋਂ ਦੇਖਿਆ ਕਿ ਕੰਮ ਇਹ ਬਹੁਤ ਵੱਡਾ ਆ, ਫਿਰ ਉਸ ਕੰਮ ਦੀ ਤਹਿ ਤੱਕ ਜਾਣ ਵਾਸਤੇ ਰਿਪੋਰਟ ਬਣਾਉਣ ਵਾਸਤੇ ਜਿਹੜਾ ਆ ਉਹਦੇ ਤੇ ਟਾਈਮ ਲੱਗਾ ਔਰ ਰਿਪੋਰਟ ਸਬਮਿਟ ਕਰ ਦਿੱਤੀ ਗਈ। ਔਰ ਜਿਹੜਾ ਹੁਣ ਤੱਕ ਦਾ ਉੱਥੇ ਸਿਸਟਮ ਹੈ ਵਿਧਾਨ ਸਭਾ 'ਚ ਕਿ ਸਪੈਸ਼ਲ ਕਮੇਟੀ ਬਣਦੀ ਹੈ, ਉਹ ਤੱਥ ਘੋਖਦੀ ਹੈ, ਮੌਕਾ ਦੀ ਪੜਤਾਲ ਕਰਦੀ ਹੈ, ਜੋ ਦੇਖਦੀ, ਕਿਉਂਕਿ ਵਿਧਾਨ ਸਭਾ ਦੇ ਅਧਿਕਾਰੀ ਵੀ ਨਾਲ ਹੁੰਦੇ ਨੇ। ਔਰ ਇਹਦੇ ਵਿੱਚ ਅਸੀਂ ਨਾਲ ਜਿਹੜਾ ਪੋਲੂਸ਼ਨ ਕੰਟਰੋਲ ਬੋਰਡ ਦਾ ਇੱਕ ਐਕਸ਼ਨ ਸੀਗਾ, ਐਕਸ਼ਨ ਇਹ ਨਹੀਂ ਕਿ ਪੋਲੂਸ਼ਨ ਕੰਟਰੋਲ ਬੋਰਡ ਦੇ ਐਕਸ਼ਨ ਦੇ ਉੱਤੇ ਇਸ ਕਰਕੇ ਦਬਾਅ ਸੀਗਾ ਕਿ ਉਹਦੀ ਕਿਸੇ ਨਾ ਕਿਸੇ ਰੂਪ 'ਚ ਸਾਡੇ ਨਾਲ ਉਹਦੀ ਸਾਂਝ ਸੀਗੀ ਕਿ ਅਸੀਂ ਤੇ ਹੁਣ ਟੈਕਨੀਕਲੀ ਜਾਣਦੇ ਨਹੀਂ ਸੀਗੇ ਵੀ ਕਿਸੇ ਅਧਿਕਾਰੀ ਨੂੰ ਤਾਂ ਲੈਣਾ ਪੈਣਾ ਸੀਗਾ, ਕਿਤੇ ਇਹ ਨਾ ਹੋਵੇ ਕਿ ਕੋਈ ਗਲਤ ਆ ਜੇ। ਅਸੀਂ ਚੂਜ਼ ਕਰਕੇ ਲਿਆ ਸੀਗਾ ਕਿ ਸਾਨੂੰ ਆਹ ਜਿਹੜਾ ਐਕਸ਼ਨ ਹੈ ਇਹ ਸਾਡੇ ਨਾਲ ਤਾਇਨਾਤ ਕੀਤਾ ਜਾਵੇ। ਉਹਨੇ ਮੌਕੇ ਤੇ ਜਾ ਕੇ ਜਿਹੜੇ ਸੈਂਪਲ ਭਰੇ, ਮੌਕੇ ਤੇ ਜਾ ਕੇ ਸਾਰਾ ਕੁਝ ਕੀਤਾ, ਔਰ ਉਹ ਜਿਹੜੀ ਰਿਪੋਰਟ ਅਸੀਂ ਸਾਹਮਣੇ ਜੋ ਵੀ ਪ੍ਰੇਖਣ ਹੈ, ਜੋ ਵੀ ਰეკਮੈਂਡੇਸ਼ਨ ਨੇ, ਜੋ ਵੀ ਸਿਫਾਰਿਸ਼ਾਂ ਨੇ, ਉਹ ਤੁਸੀਂ ਆਪਣੇ ਪੜ੍ਹ ਲਿਆ ਹੋਊਗਾ ਕਿ ਕਿੰਨੀਆਂ ਸਟਰੋਂਗ ਇਹਦੇ 'ਚ ਰეკਮੈਂਡੇਸ਼ਨ ਕੀਤੀਆਂ ਗਈਆਂ। ਤੁਸੀਂ ਇਹਦੇ ਵਿੱਚ ਕਿਹਾ ਕਿ ਮਾਨਵਤਾ ਦੇ ਲਈ ਖਤਰਾ ਆ ਜਿਹੜਾ ਪੋਲਿਊਸ਼ਨ ਇਹ ਪੈਦਾ ਕਰ ਰਹੀਆਂ ਨੇ। ਮੈਂ ਪਹਿਲਾਂ ਤਾਂ ਇਹੀ ਕੰਸਰਨਡ ਸਵਾਲ ਪੁੱਛਾਂਗੀ ਕਿ ਇਹਦੇ ਤੇ ਫਿਰ ਐਕਸ਼ਨ ਕਿਉਂ ਨਹੀਂ ਹੋਇਆ, ਜਦੋਂ ਸਾਡੇ ਵਿਧਾਨ ਘਾੜੇ ਜਿਹੜੇ ਨੇ ਉਹ ਇਹ ਕਮੇਟੀ ਦੇ ਵਿੱਚ ਸਾਫ਼ ਲਿਖ ਕੇ ਦੇ ਰਹੇ ਨੇ ਕਿ ਪ੍ਰਦੂਸ਼ਣ ਫੈਲ ਰਿਹਾ ਹੈ, ਸਾਡੀ ਮਾਨਵਤਾ ਨੂੰ, ਮੈਨਕਾਈਂਡ ਨੂੰ ਖਤਰਾ ਹੈ, ਤਾਂ ਫਿਰ ਇਹਦੇ ਤੇ ਐਕਸ਼ਨ ਕਿਵੇਂ ਹੋਣਾ ਸੀਗਾ ਜੀ? ਦੇਖੋ ਮਨਵੀਰ, ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ, ਜਦੋਂ ਵਿਧਾਨ ਸਭਾ ਦੀ ਕਮੇਟੀ ਨੇ ਜਾ ਕੇ ਵਿਜ਼ਿਟ ਕੀਤਾ ਹੈ, ਔਰ ਤੁਸੀਂ ਇਸ ਗੱਲ ਨੂੰ ਮੰਨੋਗੇ ਕਿ ਅੰਨ੍ਹੇਵਾਹੀ ਇਹਨਾਂ ਨੇ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਪਤਾ ਸੀਗਾ ਕਿ ਹਰੇਕ ਥਾਂ ਤੇ ਕਮੇਟੀ ਪਹੁੰਚੂਗੀ। ਔਰ ਫਿਰ ਲਗਭਗ ਤੁਸੀਂ ਦੇਖਦੇ ਜੇ ਕਿ ਪੌਣੇ 2 ਸਾਲ 2 ਸਾਲ ਤੋਂ ਵੀ ਉੱਤੇ ਵੱਧ ਸਮਾਂ ਜਿਹੜਾ ਆ ਕਮੇਟੀ ਨੂੰ ਕੰਮ ਕਰਨ ਤੇ ਲੱਗਾ। ਤੇ ਉਹ ਜਿਹੜਾ 2.5 ਸਾਲ ਦਾ ਸਮਾਂ ਸੀਗਾ, ਉਹਦੇ ਵਿੱਚ ਜਿਹੜੇ ਜਿੰਨੀਆਂ ਡਿਸਟਿਲਰੀ ਸੀਗੀਆਂ ਸਾਰੀਆਂ ਨੇ, ਅਸੀਂ ਦੇਖਦੇ ਰਹੇ ਕਿ ਇਹੀ ਕਰਦੇ ਰਹੇ ਕਿ ਕਿਤੇ ਕਮੇਟੀ ਸਾਡੇ ਵਿਰੁੱਧ ਪੁੱਠੀ ਨਾ ਕਰਦੇ, ਰਿਪੋਰਟ ਨਾ ਕਰਦੇ। ਇਹਨਾਂ ਨੇ ਆਪਣੇ ਆਪ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਔਰ ਜਦੋਂ ਤੁਸੀਂ ਇੱਕ ਵਾਰ ਗੱਲ ਲਾਈਨ ਤੇ ਲਿਆਉਣ ਦੀ ਕੋਸ਼ਿਸ਼ ਕਰਦੇ ਜੀ, ਫਿਰ ਉਹਨੂੰ ਜਿਹੜਾ ਆ ਜਿਹੜੀਆਂ ਇਨਫੋਰਸਮੈਂਟ ਏਜੰਸੀਜ਼ ਨੇ, ਜਿਹੜੀਆਂ ਸੰਬੰਧਿਤ ਜਿਹੜੇ ਡਿਪਾਰਟਮੈਂਟ ਨੇ, ਉਹਨਾਂ ਨੇ ਮੇਨਟੇਨ ਰੱਖਣਾ ਹੁੰਦਾ ਹੈ।
ਜਾਂ ਜਿਹੜੀ ਵਿਧਾਨ ਸਭਾ ਦੀ ਸਪੈਸ਼ਲ ਕਮੇਟੀ ਹੈ, ਇਹਨੂੰ ਜਿਹੜੀ ਦੇਖਣ ਵਾਲੀ ਜਿਹੜਾ ਡਿਪਾਰਟਮੈਂਟ ਹੈ, ਉਹਨਾਂ ਦਾ ਫਰਜ਼ ਬਣਦਾ ਸੀਗਾ ਕਿ ਜਿਹੜੀਆਂ ਕਮੇਟੀ ਨੇ ਸਿਫਾਰਿਸ਼ਾਂ ਕੀਤੀਆਂ ਨੇ ਹੁਣ ਵੀ ਲਾਗੂ, ਕਿ ਹੁਣ ਉਹ ਮਤਲਬ ਉਹਨਾਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਔਰ ਇੱਥੇ ਇੱਕ ਦੁੱਖ ਵਾਲੀ ਗੱਲ ਜਿਹੜੀ ਸਭ ਤੋਂ ਵੱਡੀ ਮਨਵੀਰ ਉਹ ਇਹ ਹੈ ਕਿ ਜਿਹੜੀਆਂ ਵਿਧਾਨ ਸਭਾ ਦੀਆਂ ਕਮੇਟੀਆਂ ਨੇ ਜਿਹੜੀਆਂ ਰੈਗੂਲਰ ਚੱਲਦੀਆਂ ਨੇ, ਉਹਨਾਂ ਦੀਆਂ ਜਿਹੜੇ ਵੀ ਪਹਿਰੇ ਹੁੰਦੇ ਨੇ ਜਾਂ ਜਿਹੜੇ ਪ੍ਰੇਖਣ ਹੁੰਦੇ ਨੇ ਜਾਂ ਜਿਹੜੀ ਰਿਪੋਰਟ ਹੁੰਦੀ ਹੈ, ਚਾਹੇ ਉਹ ਆਡੀਟਰ ਜਨਰਲ ਵੱਲੋਂ ਬਣ ਕੇ ਆਈ ਹੁੰਦੀ ਹੈ, ਜਿਨ੍ਹਾਂ ਦਾ ਨਿਪਟਾਰਾ ਕਰਦੀਆਂ ਨੇ ਕਮੇਟੀਆਂ, ਉਹ ਰੈਗੂਲਰ ਚੱਲਦੀਆਂ ਨੇ ਕਮੇਟੀਆਂ। ਉਹਨਾਂ ਕੋਲੇ ਜਿਹੜਾ ਆ ਉਹ ਸਾਰਾ ਕੰਮ ਜਿਹੜਾ ਲਗਾਤਾਰ ਆਉਂਦਾ ਹੈ ਤੇ ਉਹਦਾ ਨਿਪਟਾਰਾ ਕਰਦੇ ਨੇ। ਉਹਨਾਂ ਵਾਸਤੇ ਕਮੇਟੀਆਂ ਬਣੀਆਂ ਹੋਈਆਂ ਨੇ ਵੱਖ-ਵੱਖ ਡਿਪਾਰਟਮੈਂਟਾਂ ਵਾਸਤੇ। ਔਰ ਜਿਹੜੀਆਂ ਸਪੈਸ਼ਲ ਕਮੇਟੀਜ਼ ਬਣਦੀਆਂ, ਉਹਨਾਂ ਦੀ ਜਿਹੜੀ ਰਿਪੋਰਟ ਆਉਂਦੀ ਹੈ, ਉਹ ਰਿਪੋਰਟ ਵਿਧਾਨ ਸਭਾ 'ਚ ਪੇਸ਼ ਹੋਣ ਤੋਂ ਬਾਅਦ ਪਾਰਲੀਮਾਨੀ ਜਿਹੜੀ ਮਿਨਿਸਟਰੀ ਉਹਨੂੰ ਚਲੇ ਜਾਂਦੀ ਹੈ, ਚੀਫ ਸੈਕਟਰੀ ਨੂੰ ਚਲ ਜਾਂਦੀ ਹੈ, ਔਰ ਨਾਲ ਹੀ ਸੰਬੰਧਿਤ ਡਿਪਾਰਟਮੈਂਟ ਨੂੰ ਚਲ ਜਾਂਦੀ ਹੈ ਕਿ ਇਹਨੂੰ ਲਾਗੂ ਕੀਤਾ ਜਾਵੇ। ਔਰ ਉਸ ਤੋਂ ਬਾਅਦ ਉਹ ਲਾਗੂ ਹੋਈ ਨਹੀਂ ਹੋਈ ਉਹਦੇ ਬਾਰੇ ਕਿਸੇ ਤਰ੍ਹਾਂ ਦੀ ਵਿਧਾਨ ਸਭਾ ਦੀ ਕਮੇਟੀ ਨਹੀਂ ਹੁੰਦੀ। ਔਰ ਮੈਂ ਹੁਣ ਚਾਹੁੰਦਾ ਆ ਕਿ ਕਿਉਂਕਿ ਹੋ ਸਕਦਾ ਕਿ ਸਪੀਕਰ ਸਾਹਿਬਾਨ ਦੇ ਵੀ ਨੋਟਿਸ 'ਚ ਅਜਿਹੀ ਗੱਲ ਨਾ ਹੋਵੇ, ਔਰ ਸਪੀਕਰ ਸਾਹਿਬ ਨੂੰ ਜਿਹੜਾ ਆ ਇਹ ਜਿਹੜੀਆਂ ਸਪੈਸ਼ਲ ਕਮੇਟੀਜ਼ ਬਣਦੀਆਂ ਨੇ, ਉਹਨਾਂ ਦੀ ਇੰਨੀ ਮਿਹਨਤ ਜਿਹੜੀ ਕੀਤੀ ਜਾਂਦੀ ਹੈ, ਉਹਨਾਂ ਨੂੰ ਲਾਗੂ ਕਰਨ ਵਾਸਤੇ ਸਪੈਸ਼ਲ ਕਮੇਟੀਜ਼ ਵਾਸਤੇ ਵੀ ਇੱਕ MLA ਦੀ ਕਮੇਟੀ ਬਣਾਉਣੀ ਚਾਹੀਦੀ ਹੈ। ਇਹ ਤਾਂ ਵੀ ਜਿਹੜਾ ਅੱਗੇ ਜਾ ਕੇ ਲਾਗੂ ਹੋ ਸਕਦੀ। ਸੋ ਇਹ ਕਮੇਟੀ ਦੀ ਰਿਪੋਰਟ ਤਾਂ ਅੱਜ ਵੀ ਵੈਲਿਡ ਹੈਗੀ ਆ। ਇਨਫੈਕਟ ਇਹਨੂੰ ਹੋਰ ਜ਼ਿਆਦਾ ਅੱਗੇ ਲਿਜਾ ਕੇ ਅੱਜ ਦੀ ਸਰਕਾਰ ਨੂੰ ਇਹਦੇ ਤੇ ਨਵਾਂ ਪ੍ਰੀਖਣ ਕਰਾਉਣਾ ਚਾਹੀਦਾ ਹੈ। ਕੀ ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਇਹ ਬਿਲਕੁਲ ਇਹ 'ਚ ਕੋਈ ਦਰਾਮਾ ਨਹੀਂ ਹੈ ਕਿ ਜਿਸ ਗੱਲ ਦੀ ਲੋਕ ਡਿਮਾਂਡ ਕਰਦੇ ਸੀ ਔਰ ਜਿਸ ਗੱਲ ਨੂੰ ਲੋਕਾਂ ਨੇ ਚਿੰਤਾ ਦਾ ਇਜ਼ਹਾਰ ਕੀਤਾ, ਤੇ ਇਸ ਤੁਸੀਂ ਹਿਸਾਬ ਲਾ ਲਓ ਕਿ 2010 ਦੇ ਐਂਡ ਦੀ ਗੱਲ ਹੈ, 12 ਸਾਲ ਹੋ ਗਏ ਇਸ ਰਿਪੋਰਟ ਪੇਸ਼ ਹੋਈ ਨੂੰ। ਅਸੀਂ ਉਸ ਸਮੇਂ ਹੀ ਚਿੰਤਾ ਦਾ ਪ੍ਰਗਟਾਵਾ ਕਰ ਦਿੱਤਾ ਸੀ ਕਮੇਟੀ ਨੇ ਕਿ ਜਿਸ ਤਰ੍ਹਾਂ ਦੇ ਹਾਲਾਤ ਨੇ, ਜਿਸ ਤਰ੍ਹਾਂ ਸਾਡੀਆਂ ਡਿਸਟਿਲਰੀਜ਼ ਕੰਮ ਕਰ ਰਹੀਆਂ ਨੇ, ਜਾਂ ਇੱਥੋਂ ਦੇ ਜਿਹੜੇ ਪ੍ਰਬੰਧਕ ਨੇ ਉਹ ਸਹੀ ਕੰਮ ਕਰਨ ਦੀ ਥਾਂ ਤੇ, ਨਿਯਮਾਂ ਅਨੁਸਾਰ ਕੰਮ ਕਰਨ ਦੀ ਥਾਂ ਤੇ ਪ੍ਰਦੂਸ਼ਣ 'ਚ ਵਾਧਾ ਕਰ ਰਹੇ ਨੇ, ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਨੇ, ਤੇ ਆਉਣ ਵਾਲੇ ਸਮੇਂ 'ਚ ਇਹ ਬਹੁਤ ਵੱਡਾ ਖਤਰਾ ਹੋਏਗਾ। ਔਰ ਅਸੀਂ ਕਈ ਥਾਈਂ ਲੋਕਾਂ ਦੇ ਅਸੀਂ ਲੋਕਾਂ ਦੇ ਆਮ ਜਨਤਾ ਦੇ ਬਿਆਨ ਵੀ ਦਰਜ ਕੀਤੇ, ਲੋਕਾਂ ਨੇ ਵੀ ਜਾ ਕੇ ਪੁੱਛਿਆ, ਉਹ ਸਾਰਾ ਕੁਝ ਜੋ ਲੋਕਾਂ ਨੇ ਵੀ ਦੱਸਿਆ, ਜੋ ਅਸੀਂ ਦੇਖਿਆ, ਉਹ ਸਾਰਾ ਕੁਝ ਹੀ ਉਹਦੇ 'ਚ ਇੰਦਰਾਜ ਕਰ ਦਿੱਤਾ ਸੀਗਾ। ਔਰ ਜਿਹੜੀ ਅੱਜ ਜੀਰਾ ਦੇ ਵਿੱਚ ਲੋਕ 40-50 ਪਿੰਡਾਂ ਦੇ ਲੋਕ ਗੱਲ ਕਰਦੇ ਨੇ ਕਿ ਸਾਡਾ ਪਾਣੀ ਜਿਹੜਾ ਜ਼ਹਿਰੀਲਾ ਹੋ ਗਿਆ। ਤੁਸੀਂ ਦੇਖੋਗੇ ਨਾ ਜਿਹੜੀ ਮੈਲਬਰੋਜ਼ ਫੈਕਟਰੀ ਹੈ ਜਿਹੜੀ ਸ਼ਰਾਬ ਦੀ, ਮੈਂ ਹੀ ਪੁੱਛਣ ਲੱਗੀ ਸੀ ਤੁਸੀਂ ਇਸ ਫੈਕਟਰੀ 'ਚ ਵੀ ਗਏ ਮਾਲਬਰੋਜ਼ ਦੇ ਵਿੱਚ, ਔਰ ਇਹਦੇ ਸੈਂਪਲਸ ਦੇ ਵਿੱਚ ਜਿਹੜੀ ਦੂਸਰਾ ਸੈਂਪਲਸ ਵਾਲੀ ਰਿਪੋਰਟ ਹੈ ਉਹਦੇ ਵਿੱਚ ਸਾਫ਼ ਤੌਰ ਤੇ ਆਇਆ ਕਿ ਜਿਹੜੀ ਬਾਇਓਲੋਜੀਕਲ ਆਕਸੀਜਨ ਡਿਮਾਂਡ ਹੈ, ਜਿਹੜਾ ਪਾਣੀ ਦੇ ਵਿੱਚ ਸਸਪੈਂਡਡ ਮੈਟਰ ਹੈ, ਉਹਦੀ ਵੈਲਿਊ ਤੈਅ ਸੀਮਾ ਦੇ ਨਾਲੋਂ ਕਈ ਗੁਣਾ ਵੱਧ ਹੈ, ਕਈ ਹਜ਼ਾਰ ਗੁਣਾ ਵੱਧ ਹੈ। ਔਰ ਇਹਦੇ ਸਾਫ਼-ਸਾਫ਼ ਤੁਸੀਂ ਲਿਖਿਆ ਕਿ ਇਹ ਉਲੰਘਣਾ ਕਰ ਰਹੀ ਹੈ ਜੋ ਕੰਟਰੋਲ ਬੋਰਡ, ਪੋਲਿਊਸ਼ਨ ਕੰਟਰੋਲ ਬੋਰਡ ਦੇ ਨਿਯਮ ਨੇ। ਪਰ ਜਦੋਂ ਇਸ ਚੀਜ਼ ਨੂੰ ਵਿਧਾਨਕਾਰੀਆਂ ਨੇ ਲਿਆ ਕੇ ਇੱਕ ਪੇਪਰ ਦੇ ਉੱਤੇ ਲਿਖ ਕੇ ਦੇ ਦਿੱਤਾ, ਉਸ ਤੋਂ ਬਾਅਦ ਸਾਡਾ ਪੋਲਿਊਸ਼ਨ ਕੰਟਰੋਲ ਬੋਰਡ ਇਹਦੇ ਤੇ ਬਣਦੀ ਕਾਰਵਾਈ ਨਹੀਂ ਕਰਦਾ। ਹੁਣ ਇਹਦੇ ਲਈ ਅਸੀਂ ਅੱਜ ਦੇ ਜਿਹੜੇ ਲੋਕ ਨੇ, ਜਿਹੜੇ ਅੱਡੀ ਠੰਡ ਦੇ ਵਿੱਚ ਵੀ ਉੱਥੇ ਉਹ ਪ੍ਰੋਟੈਸਟ ਕਰ ਰਹੇ ਨੇ, ਉਹ ਕਸੂਰਵਾਰ ਕਿਹਨੂੰ ਕਹਿਣ? ਕਿਉਂਕਿ ਸਾਡੇ ਇਹ ਬਹੁਤ ਵਧੀਆ ਅੰਡਰਸਟੈਂਡਿੰਗ ਵਾਲੀ ਗੱਲ ਲੱਗਦੀ ਹੈ ਜੀ। ਜਦੋਂ ਮੈਂ ਉਸ ਰਿਪੋਰਟ ਨੂੰ ਪੜ੍ਹਿਆ ਬਹੁਤ ਵਧੀਆ ਲੱਗਿਆ, ਕਿਉਂਕਿ MLAs ਦਾ ਕੰਮ ਜ਼ਿਆਦਾਤਰ ਸਾਡੇ ਆਮ ਲੋਕਾਂ ਨੂੰ ਇਹੀ ਲੱਗਦਾ ਹੈ ਕਿ ਗਲੀਆਂ ਬਣਾਉਣੀਆਂ ਨੇ, ਲਾਈਟਾਂ ਲਵਾਉਣੀਆਂ ਨੇ, ਟੈਲਾਂ ਲਵਾਉਣੀਆਂ ਨੇ ਗਲੀਆਂ ਦੇ ਵਿੱਚ, ਇੰਨਾ ਕੀ ਕੰਮ ਸਾਨੂੰ ਨਜ਼ਰ ਆਉਂਦਾ। ਪਰ ਇਹ ਰਿਪੋਰਟ ਪੜ੍ਹ ਕੇ ਬਹੁਤ ਵਧੀਆ ਲੱਗਿਆ ਜੀ। ਐਵੇਂ ਲੱਗਿਆ ਕਿ ਸਾਡੇ MLA ਬਹੁਤ ਵਧੀਆ ਕੰਮ ਕਰਦੇ ਨੇ, ਪਰ ਇਹਦੀ ਅੱਗੇ ਐਗਜ਼ੀਕਿਊਸ਼ਨ। ਦੇਖੋ ਮਨਵੀਰ, ਸਭ ਤੋਂ ਪਹਿਲੀ ਤੇ ਗੱਲ ਹੈ ਕਿ ਜਿਹੜੀ MLA ਦੀ ਜ਼ਿੰਮੇਵਾਰੀ ਹੈ ਨਾ, ਉਹ ਬਹੁਤ ਵੱਡੀ ਹੈ। ਉਹਦਾ ਕੰਮ ਵਿਆਹਾਂ ਭੋਗਾਂ ਤੇ ਜਾਣਾ ਨਹੀਂ, ਜਾਂ ਕੇਵਲ ਟਾਈਲਾਂ ਲਾਉਣ ਤੱਕ ਨਹੀਂਗਾ, ਜਾਂ ਡਿਵੈਲਪਮੈਂਟ ਤੱਕ ਨਹੀਂਗਾ। ਉਹਦਾ ਸਰਕਾਰ ਦੇ ਹਰੇਕ ਕੰਮ ਤੇ ਨਜ਼ਰ, ਜਿਹੜੀ ਵਿਧਾਨ ਸਭਾ ਹੈ ਜਿਹਨੂੰ ਪੰਜਾਬ ਸਰਕਾਰ ਜਾਂ ਸਾਡੇ ਸੂਬੇ ਦਾ ਹਰੇਕ ਅਧਿਕਾਰੀ ਜਵਾਬਦੇਹ ਹੈ, ਔਰ ਹਰੇਕ ਡਿਪਾਰਟਮੈਂਟ ਦੇ ਉੱਤੇ ਜਿਹੜੀ ਆ ਉਹ ਵਿਧਾਨ ਸਭਾ ਦੀ ਨਜ਼ਰ ਹੋਣੀ ਚਾਹੀਦੀ। ਔਰ ਇੱਥੋਂ ਤੱਕ ਵਿਧਾਨ ਸਭਾ ਦੀਆਂ ਕਮੇਟੀਆਂ ਕੋਲੇ ਸ਼ਕਤੀ ਕਿ ਤੁਸੀਂ ਜਿੱਥੇ ਮਰਜ਼ੀ ਜਾ ਕੇ ਹੱਥ ਪਾ ਸਕਦੇ, ਜਿੱਥੇ ਮਰਜ਼ੀ। ਔਰ
ਉਹਨਾਂ ਆਫੀਸਰਾਂ ਨੂੰ ਤੁਸੀਂ ਜਿਹੜੇ ਵੀ ਕੁਤਾਹੀ ਕਰਦੇ ਆ ਉਹਨਾਂ ਦੇ ਵਿਰੁੱਧ ਰਿਪੋਰਟ ਦੇ ਸਕਦੇ ਜੀ। ਔਰ ਉਹ ਰਿਪੋਰਟਾਂ ਮੈਂ ਲਾਗੂ ਹੁੰਦੀਆਂ ਦੇਖੀਆਂ ਨੇ, ਮੈਂ ਰਿਪੋਰਟਾਂ ਦਿੱਤੀਆਂ ਸੀ, ਉਹ ਲਾਗੂ ਹੋਈਆਂ ਬਕਾਇਦਾ। ਔਰ ਮੈਂ ਵੀ ਤੁਹਾਨੂੰ ਦੱਸਦਾ ਕਿ ਮੇਰੇ ਕੋਲੇ ਮਗਰ ਗੇੜੇ ਮਾਰਨ ਵਾਲੇ ਕਸਰ ਕੋਈ ਨਹੀਂ ਛੱਡੀ, ਮੇਰੇ ਉਹਨਾਂ ਰਿਸ਼ਤੇਦਾਰ ਵੀ ਕੋਈ ਨਹੀਂ ਛੱਡੇ ਜਿਹੜੇ ਮੇਰੇ ਕੋਲ ਲਿਆਂਦੇ ਨਾ ਹੁਣ। ਮੈਂ ਇਹ ਚ ਕੋਈ ਡਰਾਮਾ ਨਹੀਂ, ਹਾਂ ਅੱਛਾ ਵੀ ਕਰ ਦਿੰਦੇ ਨਾ, ਪਰ ਮੈਂ ਠੋਕੇ ਪੂਰੇ ਰੀਝ ਨਾਲ ਜਦੋਂ ਅਖੀਰ ਤੇ ਮੈਂ ਰਿਪੋਰਟ ਬਣਾਉਣੀ ਅਫਸਰਾਂ ਨੇ ਹੁੰਦੀ, ਪਰ ਮੈਂ ਨਾਲ ਤਾਕੀਦ ਕੀਤੀ ਕਿ ਆਹ ਚੀਜ਼ ਇਹਦੇ ਵਿੱਚ ਜ਼ਰੂਰ ਆਉਣੀ ਚਾਹੀਦੀ ਹੈ। ਮੈਂ ਕਿਉਂਕਿ 2-3 ਕਮੇਟੀਆਂ ਦਾ ਮੈਨੂੰ ਚੇਅਰਮੈਨ ਰਹਿਣ ਦਾ ਮੌਕਾ ਮਿਲਿਆ, ਔਰ ਚੇਅਰਮੈਨ ਕੋਲੇ ਬਹੁਤ ਵੱਡੀ ਸ਼ਕਤੀ ਹੁੰਦੀ, ਬਹੁਤ ਵੱਡੀ। ਜਿਸ ਤਰ੍ਹਾਂ ਇੱਕ ਮਿਨਿਸਟਰ ਹੈ, ਮਿਨਿਸਟਰ ਤੋਂ ਵੀ ਮੈਂ ਕਹਿੰਦੀ ਕਿ ਮਿਨਿਸਟਰ ਆਪਣੇ ਆਪ ਚ ਕੁਝ ਠੀਕ ਹੈ ਕਿ ਰੱਬ ਬਣ ਜਾਂਦੇ ਨੇ, ਪਰ ਜਿਹੜੇ ਵਿਧਾਨ ਸਭਾ ਦੀ ਕਮੇਟੀ ਦਾ ਚੇਅਰਮੈਨ ਉਹਦੇ ਕੋਲ ਬਹੁਤ ਵੱਡੀ ਸ਼ਕਤੀ ਹੁੰਦੀ। ਦੇਖੋ ਮੈਂ ਬੇਨਤੀ ਕਰੂੰਗਾ ਕਿ ਇਹ ਵਿਧਾਨ ਸਭਾ ਦੀ ਰਿਪੋਰਟ ਜਿਹੜੀ ਹੈ, ਵਿਧਾਨ ਸਭਾ ਕਮੇਟੀ ਦੀ ਰਿਪੋਰਟ ਜਿਹੜੀ ਅੱਜ ਵੀ ਵੈਲਿਡ ਹੈ, ਅੱਜ ਵੀ ਵੈਲਿਡ ਹੈ। ਔਰ ਇਹਦੇ ਨਾਲ ਜਿਹੜੇ ਹੋਰ ਜਿਹੜੇ ਤੱਥ ਉੱਥੇ ਸਾਹਮਣੇ ਆਉਂਦੇ ਨੇ ਉਹਨਾਂ ਨੂੰ ਲਿਆਣ ਕੇ ਜਿਹੜੀ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਕਾਰਵਾਈ ਕਰ ਸਕਦਾ ਹੈ, ਸਰਕਾਰ ਦਾ ਜਿਹੜਾ ਡਿਪਾਰਟਮੈਂਟ ਉਹ ਕਰ ਸਕਦਾ ਹੈ, ਸਰਕਾਰ ਖੁਦ ਕਰ ਸਕਦੀ ਹੈ, ਸਰਕਾਰ ਦੀ ਕੈਬਨਿਟ ਕਾਰਵਾਈ ਕਰ ਸਕਦੀ ਹੈ। ਔਰ ਨਾਲ ਹੀ ਜਿਹੜੇ ਆਫੀਸਰ ਇਹਦੇ ਵਾਸਤੇ ਜ਼ਿੰਮੇਵਾਰ, ਇਸ ਰਿਪੋਰਟ ਦੇ ਵਿੱਚ ਦਰਜ ਰეკਮੈਂਡੇਸ਼ਨ ਨੂੰ ਜਿਨ੍ਹਾਂ ਨੇ ਨਹੀਂ ਲਾਗੂ ਕੀਤਾ, ਇਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਬਾਬੂ ਰਾਮ ਨਾਂ ਦਾ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਅਧਿਕਾਰੀ, ਉਹ ਜ਼ਰੂਰ ਜਾਣਨਾ ਚਾਹਾਂਗੇ। ਤੁਸੀਂ ਰਿਕਮੈਂਡ ਕੀਤਾ ਕਿ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ, ਉਹ ਕਿਉਂ? ਮਤਲਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਬਾਕੀਆਂ ਤੇ ਵੀ ਤੁਸੀਂ ਕਿਹਾ ਕਿ ਉਹਨਾਂ ਨੇ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਰਿਪੋਰਟਸ, ਉਹਦੇ ਅਧਿਕਾਰੀਆਂ ਨੇ ਰਿਪੋਰਟਸ ਨੂੰ ਮੈਨੂਪੂਲੇਟ ਕੀਤਾ ਫੈਕਟਰੀ ਵਾਲਿਆਂ ਦੇ ਹੱਕ ਦੇ ਵਿੱਚ। ਅਗਲਾ ਇਲਜ਼ਾਮ ਇਹਦੇ ਵਿੱਚ ਇਹ ਆਉਂਦਾ ਹੈ ਕਿ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਚੈਕਿੰਗ ਨਹੀਂ ਕੀਤੀ ਸਮੇਂ ਤੋਂ ਸਮੇਂ। ਔਰ ਤੀਸਰਾ ਇੱਕ ਪਾਰਟਿਕੂਲਰ ਨਾਮ ਬਾਬੂ ਰਾਮ ਦਾ ਆਉਂਦਾ ਜੀ, ਉਹ ਕੀ ਗੱਲ ਹੈ? ਹਰੇਕ ਅਧਿਕਾਰੀ ਦੀ ਇੱਕ ਲਿਮਟ ਹੈ, ਉਸ ਲਿਮਟ ਤੋਂ ਉਹ ਅੱਗੇ ਨਹੀਂ ਜਾ ਸਕਦਾ। ਹਰੇਕ ਕੋਈ ਆਫੀਸਰ ਉਹਦੇ ਸਬੋਰਡੀਨੇਟ ਜਿਹੜੇ ਨੇ ਉਹਨੂੰ ਜਵਾਬਦੇਹ ਨੇ, ਔਰ ਉਹ ਅੱਗੇ ਜਿਹੜੇ ਉਹਦੇ ਤੋਂ ਉੱਪਰਲੇ ਅਧਿਕਾਰੀ ਉਹਨਾਂ ਨੂੰ ਜਵਾਬਦੇਹ। ਤੇ ਜਿਹੜੀ ਵਿਧਾਨ ਸਭਾ ਉਹ ਸੁਪਰੀਮ ਹੈ, ਤੇ ਜੇ ਇੱਕ ਪੋਲੂਸ਼ਨ ਕੰਟਰੋਲ ਬੋਰਡ ਦਾ ਅਧਿਕਾਰੀ ਉੱਠ ਕੇ ਵਿਧਾਨ ਸਭਾ ਦੀ ਕਮੇਟੀ ਤੇ ਸਵਾਲ ਉਠਾਵੇ, ਹੰਕਾਰ ਹੀ ਇੰਨਾ ਕਿ ਜ਼ਿਆਦਾ ਕਿ ਸਾਨੂੰ ਕੋਈ ਪੁੱਛਿਆ ਹੀ ਨਹੀਂ ਕਦੀ ਕਿਸੇ ਨੇ, ਕੋਈ ਵਿਧਾਨ ਸਭਾ ਦੀ ਕਮੇਟੀ ਛੱਡ ਕੇ ਕਿ ਸਾਨੂੰ ਤਾਂ ਕਦੀ ਰੱਬ ਨੇ ਨਹੀਂ ਪੁੱਛਿਆ, ਇਹ ਕਿੱਥੋਂ ਆ ਗਏ? ਉਹਦੇ ਜਿਹੜੇ ਸ਼ਬਦ ਸੀਗੇ, ਜਿਸ ਤਰ੍ਹਾਂ ਦੀ ਉਹਨੇ, ਮੈਨੂੰ ਹੁਣ ਉਹ ਪੂਰਾ ਧਿਆਨ ਤਾਂ ਨਹੀਂ ਕਿਉਂਕਿ ਬਹੁਤ ਟਾਈਮ ਹੋ ਗਿਆ, ਪਰ ਜਿਸ ਤਰ੍ਹਾਂ ਦੀ ਉਹਨੇ ਕਮੇਟੀ ਦੇ ਉੱਤੇ ਸਵਾਲ ਉਠਾਏ ਸੀਗੇ, ਉਹਨਾਂ ਨੂੰ ਲੈ ਕੇ ਵਿਧਾਨ ਸਭਾ ਦੀ ਕਮੇਟੀ ਨੇ ਉਹ ਰეკਮੈਂਡੇਸ਼ਨ ਉਹਦੇ ਵਿਰੁੱਧ ਕੀਤੀਆਂ ਸੀਗੀਆਂ। ਤੇ ਬਾਕੀ ਉਹਨਾਂ ਨੂੰ ਬਾਅਦ ਵਿੱਚ ਉਹਨਾਂ ਤੇ ਕਾਰਵਾਈ ਵੀ ਕੋਈ ਨਹੀਂ ਕੀਤੀ ਗਈ ਬਲਟੋਹਾ ਸਾਹਿਬ ਜੀ, ਕੋਈ ਕਾਰਵਾਈ ਨਹੀਂ ਕੀਤੀ ਗਈ। ਰਾਦਰ ਪ੍ਰਕਾਸ਼ ਸਿੰਘ ਬਾਦਲ ਜੀ ਵੱਲੋਂ ਹੀ ਉਹਨਾਂ ਨੂੰ ਇੱਕ ਤਰ੍ਹਾਂ ਦਾ ਬਰੀ ਕਰ ਦਿੱਤਾ ਗਿਆ ਕਿ ਇਹਨਾਂ ਦਾ ਮਾਫ ਕਰ ਦਿੱਤਾ ਜਾਵੇ, ਸਮਥਿੰਗ ਕੁਝ ਨਹੀਂ। ਵਿਧਾਨ ਸਭਾ ਦੀ ਕਮੇਟੀ ਦੇ ਨੋਟਿਸ ਚ ਨਹੀਂ ਗਿਆ ਕਿ ਕਿਸੇ ਨੂੰ ਬਰੀ ਕਰ ਦਿੱਤਾ ਗਿਆ। ਹੋ ਸਕਦਾ ਹੈ ਕਿ ਉਹਦੇ ਕੋਲ ਜਵਾਬਦੇਹੀ ਕੀਤੀ ਗਈ ਹੋਵੇ, ਉਹ ਮਾਫੀ ਮੰਗਿਆ ਹੋਵੇ, ਕੁਛ ਕਰ ਗਿਆ ਹੋਵੇ, ਪਰ ਵਿਧਾਨ ਸਭਾ ਦੀ ਕਮੇਟੀ ਦੀ ਰਿਪੋਰਟ ਵਿੱਚ ਤੇ ਅੱਜ ਵੀ ਹੈ। ਔਰ ਕਮੇਟੀ ਦੀ ਰਿਪੋਰਟ ਦਾ ਜਿੰਨਾ ਚਿਰ ਉਹ ਪਹਿਰਾ ਜਿਹੜਾ ਹੈ, ਉਹ ਸ਼ਬਦ ਜਿਹੜੇ ਹੈ ਵਿਧਾਨ ਸਭਾ ਦੇ ਵਿੱਚ ਭੌਂ ਕੇ ਦਰਜ ਨਹੀਂ ਹੁੰਦੇ ਕਿ ਇਸ ਜਿਹੜਾ ਪਹਿਰਾ ਆ ਇਹਦੇ ਬਾਰੇ ਆਫੀਸਰ ਨੇ ਸੰਤੁਸ਼ਟੀ ਕਰਵਾਤੀ ਹੈ ਵਿਧਾਨ ਸਭਾ ਦੀ ਕਮੇਟੀ ਦੀ ਜਾਂ ਵਿਧਾਨ ਸਭਾ ਦੀ, ਇਸ ਕਰਕੇ ਜਿਹੜਾ ਹੈ ਵਿੱਚੋਂ ਖਤਮ ਕੀਤਾ ਜਾਂਦਾ ਹੈ। ਤੇ ਜਾਂ ਆਫੀਸਰ ਮਾਫੀ ਮੰਗ ਜੇ, ਅੱਗੇ ਤੋਂ ਗਾਂ ਤੋਂ ਆਪਦਾ ਕੰਡਕਟ ਸਹੀ ਰੱਖਣ ਦੀ ਗੱਲ ਕਰ ਜਾਵੇ, ਤਦ ਵੀ ਜਿਹੜੀ ਵਿਧਾਨ ਸਭਾ ਕਮੇਟੀਆਂ ਜੇ ਆਮ ਕਰਕੇ ਕਈ ਵਾਰ ਲੀਨੀਅਟ ਵਿਊ ਲੈ ਲੈਂਦੀਆਂ ਨੇ ਕਿ ਚਲੋ ਠੀਕ ਹੈ, ਜੇ ਆਫੀਸਰ ਇਹ ਮੰਨ ਕੇ ਗਿਆ ਆ, ਅੱਗੇ ਤੋਂ ਸੁਧਰ ਜੇ, ਅਸੀਂ ਕਿਸੇ ਨੂੰ ਕੋਈ ਇਹ ਤੇ ਹੈ ਨਹੀਂ ਕਿ ਕਟਾਰੇ 'ਚ ਖੜਾ ਕਰਕੇ ਸਜ਼ਾ ਦੇਣੀ ਹੈ। ਜੀ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇੱਕ ਆਪਾਂ ਪੇਪਰ ਟਾਈਗਰ ਹੀ ਕਹਿ ਸਕਦੇ ਹਾਂ, ਕਾਗਜ਼ਾਂ ਦੇ ਵਿੱਚ ਬਹੁਤ ਪਾਵਰਫੁਲ ਲੱਗਦਾ, ਬਟ ਜਦੋਂ ਐਕਸ਼ਨ ਲੈਣਾ ਹੁੰਦਾ ਇਦਾਂ ਦੀਆਂ ਕੋਈ ਐਗਜ਼ਾਮਪਲਸ ਆਪਣੇ ਸਾਹਮਣੇ ਨਹੀਂ ਆ। ਮੈਂ ਬਲਟੋਹਾ ਸਾਹਿਬ ਦੋ ਐਗਜ਼ਾਮਪਲ ਨਾ ਤੁਹਾਡੇ ਅੱਗੇ, ਦੋ ਸਵਾਲ ਇੱਕ ਤਰ੍ਹਾਂ ਦੇ ਰਾਜਨੀਤਿਕ ਪੱਖ ਤੋਂ ਕਰਨਾ ਚਾਹੁੰਦੀ ਹਾਂ। ਉਹਦਾ ਮੈਂ ਚਾਹੁੰਦੀ ਤਾਂ ਸੀ ਕਿ ਇਹਨੂੰ ਬਿਲਕੁਲ ਆਪਾਂ ਰਾਜਨੀਤੀ ਤੋਂ ਮੁਕਤ ਰੱਖੀਏ ਕਿਉਂਕਿ ਵਾਤਾਵਰਣ ਦਾ ਮੁੱਦਾ ਹੈ, ਲੇਕਿਨ ਲੋਕਾਂ ਦਾ ਇੱਕ ਸ਼ਿਕਾਇਤ ਤੁਹਾਡੇ ਪ੍ਰਤੀ ਆ ਜਾਂਦੀ ਹੈ, ਤੁਹਾਡੀ ਪਾਰਟੀ ਦੇ ਪ੍ਰਤੀ। ਦੇਖੋ, ਆਪਾਂ ਜਾਣਦੇ ਹਾਂ ਕਿ ਐਮਐਲਏ ਬਹੁਤ ਪਾਵਰਫੁਲ ਹੈ, ਐਮਐਲਏ ਇੰਨਾ ਪਾਵਰਫੁਲ ਹੈ ਕਿ ਉਹਦੇ ਏਰੀਏ 'ਚ ਕੋਈ ਵੀ ਫੈਕਟਰੀ ਲੱਗ ਨਹੀਂ ਸਕਦੀ ਬਿਨਾਂ ਮਨਜ਼ੂਰੀ ਤੋਂ। ਤਾਂ ਫਿਰ ਇਹ ਫੈਕਟਰੀ ਮਾਲਬਰੋਸ ਜਿਹਦੇ ਖਿਲਾਫ ਜ਼ੀਰਾ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਹੈ, ਔਰ ਜਿਹਦੇ ਤੇ ਲੋਕਾਂ ਦਾ ਕਹਿਣਾ ਇਹ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਇਹਦਾ ਉਦਘਾਟਨ ਕਰਨ ਗਏ ਸੀ, ਉਹਦੇ ਹੀ ਉੱਤੇ ਤੁਸੀਂ ਇਹ ਬਹੁਤ ਵੱਡੇ ਇਲਜ਼ਾਮ ਜਿਹੜੇ ਨੇ ਇਹਦੇ ਵਿੱਚ ਲਗਾਏ ਨੇ ਕਿ ਪ੍ਰਦੂਸ਼ਣ ਕਰਦੀ ਹੈ ਇਸ ਕਮੇਟੀ ਦੇ ਵਿੱਚ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ, ਉਸੇ ਪਾਰਟੀ ਦੇ ਮੈਂਬਰ ਹੋਣ ਦੇ ਨਾਂ ਤੇ, ਲੀਡਰ ਹੋਣ ਦੇ ਨਾਂ ਤੇ, ਔਰ ਤੁਹਾਡੇ ਪ੍ਰਧਾਨ ਜਾ ਕੇ ਇਨੋਗ੍ਰੇਸ਼ਨ ਕਰਦੇ ਨੇ ਔਰ ਤੁਸੀਂ ਕਹਿੰਦੇ ਹੋ ਕਿ ਪ੍ਰਦੂਸ਼ਣ ਹੁੰਦਾ ਹੈ, ਤੁਸੀਂ ਐਜ਼ ਐਮਐਲਏ?
ਦੇਖੋ ਮਨਵੀਰ, ਜਿੱਥੋਂ ਤੱਕ ਪੰਜਾਬ ਦੇ ਅੰਦਰ ਇੰਡਸਟਰੀ ਦੀ ਗੱਲ ਹੈ ਉਹ ਆਉਣੀ ਚਾਹੀਦੀ ਹੈ, ਕਿਉਂਕਿ ਸਾਡੇ ਪੰਜਾਬ ਦੇ ਅੰਦਰ ਜਾਂ ਤਾਂ ਖੇਤੀ ਤੋਂ ਪੈਸਾ ਆਉਂਦਾ ਹੈ, ਕਿਉਂਕਿ ਅਸੀਂ ਖੇਤੀ ਆਧਾਰਿਤ ਸਾਡਾ ਸੂਬਾ ਹੈ, ਤੇ ਜਾਂ ਜਿਹੜੀ ਸਾਡੇ ਕੋਲ ਇੰਡਸਟਰੀ ਹੈ, ਵਪਾਰ ਉਹਦੇ ਤੋਂ ਆਉਂਦਾ ਹੈ। ਹੁਣ ਕਿਉਂਕਿ ਜਿਹੜੀਆਂ ਇਹ ਡਿਸਟਿਲਰੀਜ਼ ਨੇ, ਇਹ ਵੀ ਬੜਾ ਵੱਡਾ ਵਪਾਰ ਹੈ। ਡਿਸਟਿਲਰੀ ਮਾੜੀ ਨਹੀਂ ਗੀ, ਜੇ ਨਿਯਮਾਂ ਦੇ ਅਨੁਸਾਰ ਚੱਲੇ, ਅਸੀਂ ਚੱਲਦੀਆਂ ਦੇਖੀਆਂ ਨੇ। ਅਸੀਂ ਬਕਾਇਦਾ ਇੱਕ ਕਮੇਟੀ ਜਿਹੜੀ ਹੈ, ਬਕਾਇਦਾ ਸਕਾਟਲੈਂਡ ਚ ਗਈ, ਐਡਨਬਰਾ ਅਸੀਂ ਗਏ ਹਾਂ, ਜਿੱਥੇ ਅਸੀਂ ਸਭ ਤੋਂ ਪੁਰਾਣੀ, ਦੁਨੀਆ ਦੀ ਸਭ ਤੋਂ ਪੁਰਾਣੀ ਜਿਹੜੀ ਡਿਸਟਿਲਰੀ ਸੀ ਉਹ ਚੈੱਕ ਕੀਤੀ, ਔਰ ਜਿਹੜੀ ਸਭ ਤੋਂ ਨਵੀਂ ਹੈ, ਜਿਹੜੀ ਉਸ ਸਮੇਂ ਲਗਭਗ ਸਾਲ 2 ਸਾਲ ਪਹਿਲੇ ਸਟਾਰਟ ਹੋਈ ਸੀ, ਅਸੀਂ ਉਹ ਚੈੱਕ ਕੀਤੀ। ਤੇ ਤੁਸੀਂ ਹੈਰਾਨ ਹੋ ਜਾਓਗੇ ਜਦੋਂ ਜਾ ਕੇ ਦੇਖਿਆ, ਤੇ ਨਵੀਂ ਤੇ ਪੁਰਾਣੀਆਂ ਦੋਵੇਂ ਭੈਣਾਂ ਲੱਗਦੀਆਂ ਸੀ। ਮਤਲਬ ਇਹ ਨਹੀਂ ਵੀ ਇੱਕ ਪੜਦਾਦੀ ਲੱਗਦੀ ਸੀ ਤੇ ਦੂਜੀ ਪਰਪੋਤਰੀ ਲੱਗਦੀ ਸੀ, ਇਹੋ ਜਿਹੀ ਹੈ ਨਹੀਂ ਸੀ। ਐ ਜਾਪਦਾ ਸੀ ਜਿਵੇਂ ਹੁਣੇ ਬਣੀਆਂ ਨੇ, ਦੋਵੇਂ ਇੱਕੋ ਜਿਹੀਆਂ ਬਣੀਆਂ ਨੇ। ਕੋਈ ਸਮੈਲ ਨਹੀਂ, ਕੋਈ ਉੱਥੇ ਕਿਸੇ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ। ਇੰਝ ਜਾਪਦਾ ਸੀ ਜਿਵੇਂ 5 ਸਟਾਰ ਹੋਟਲ ਹੁੰਦੇ ਨੇ, ਇਹ ਇਹੋ ਜਿਹਾ ਸੀਗਾ। ਤੇ ਇੱਥੇ ਵੀ ਜੋ ਨਿਯਮ ਲਾਗੂ ਹੋ ਜਾਂਦੇ ਨੇ ਸਾਡੇ ਦੇਸ਼ 'ਚ ਵੀ, ਤੇ ਕੁਦਰਤੀ ਹੈ ਕਿ ਇਹ ਜਿਹੜੀਆਂ ਫੈਕਟਰੀਆਂ ਦੇ ਮਾਲਕ ਨੇ, ਇਹ ਆਪਣੇ ਉੱਤੇ ਆਰਥਿਕ ਬੋਝ ਪਾਉਣ ਦੀ ਥਾਂ ਤੇ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਕਰਦੇ ਨੇ। ਤੇ ਜਿਹੜੇ ਮਹਿਕਮਿਆਂ ਨੇ ਉਹਨਾਂ ਤੇ ਨਿਗਾਹ ਰੱਖਣੀ ਹੁੰਦੀ ਹੈ, ਉਹ ਜਿਹੜੇ ਲੋਕ ਨੇ ਇਹਨਾਂ ਨਾਲ ਰਲ ਜਾਂਦੇ। ਹੁਣ ਤੁਸੀਂ ਗੱਲ ਕੀਤੀ ਉਦਘਾਟਨ ਦੀ, ਕਿਉਂਕਿ ਪੰਜਾਬ ਦੇ ਅੰਦਰ ਆਪਾਂ ਵੀ ਸਾਰੇ ਚਾਹੁੰਦੇ ਕੋਈ ਇਨਵੈਸਟਮੈਂਟ ਹੋਵੇ, ਕੋਈ ਇੰਡਸਟਰੀ ਆਵੇ। ਔਰ ਸਭ ਤੋਂ ਪਹਿਲੀ ਤੇ ਗੱਲ ਹੈ ਕਿ ਤੁਸੀਂ ਕਹਿੰਦੇ ਜੇ ਕਿ ਸੁਖਬੀਰ ਸਿੰਘ ਬਾਦਲ ਨੇ ਉਦਘਾਟਨ ਕੀਤਾ, ਪਰ ਕਿਉਂਕਿ ਇਹਦੀਆਂ ਜਿਹੜੀਆਂ ਜਿੰਨੀਆਂ ਮਨਜ਼ੂਰੀਆਂ ਸੀਗੀਆਂ, ਜਿਹੜੀ ਸੈਂਕਸ਼ਨ ਕੀਤੀ ਗਈ, ਉਹ ਸਾਰੀਆਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਕੀਤੀਆਂ ਗਈਆਂ, 2002 ਤੋਂ ਲੈ ਕੇ 2007 ਦੀ ਸਰਕਾਰ ਦੇ ਦਰਮਿਆਨ। ਔਰ ਲਗਭਗ ਮੁਕੰਮਲ ਵੀ ਜਿਹੜੀ ਹੈ ਉਹ 2006 ਜਿਹੜੀ 2007 ਦੀ ਇਲੈਕਸ਼ਨ ਤੋਂ ਪਹਿਲੋਂ ਹੀ ਉਹ ਲਗਭਗ ਮੁਕੰਮਲ ਵੀ ਹੋ ਚੁੱਕੀ ਸੀਗੀ। ਔਰ 2007 ਦੀ ਸਰਕਾਰ ਬਣਨ ਤੋਂ ਬਾਅਦ, ਕਿਉਂਕਿ ਸਰਕਾਰ ਚੇਂਜ ਹੋ ਗਈ, ਆਮ ਕਰਕੇ ਹੁੰਦਾ ਕਿ ਜਿਹੜੇ ਵੱਡੇ ਪ੍ਰੋਜੈਕਟ ਹੁੰਦੇ ਨੇ ਉਹਨਾਂ ਦਾ ਉਦਘਾਟਨ ਜਿਹੜਾ ਆ, ਉਹ ਮਾਲਕ ਜਿਹੜੇ ਹੁੰਦੇ ਨੇ ਉਹ ਚਾਹੁੰਦੇ ਹੁੰਦੇ ਆ ਕਿ ਕੋਈ ਆਣ ਕੇ, ਜਿਹੜਾ ਵੱਡਾ ਰਾਜਨੀਤਿਕ ਵਿਅਕਤੀ ਹੈ ਉਹ ਆਣ ਕੇ ਕਰੇ। ਉਹ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੀਤਾ। ਔਰ ਦੂਸਰੀ ਗੱਲ ਦੇਖੋ, ਜੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਕੋਈ ਇੰਟਰਸਟ ਹੁੰਦਾ, ਜੇ ਸਰਕਾਰ ਉਸ ਇੰਡਸਟਰੀ ਪ੍ਰਤੀ ਜਾਂ ਕਿਸੇ ਵੀ ਇੰਡਸਟਰੀ ਪ੍ਰਤੀ ਲੀਨੀਅਟ ਹੁੰਦੀ, ਨਰਮ ਹੁੰਦੀ, ਜਾਂ ਉਹਦਾ ਕੋਈ ਪੱਖ ਪੂਰਨਾ ਚਾਹੁੰਦੀ ਹੁੰਦੀ, ਤੇ ਫਿਰ ਜਿਹੜੀਆਂ ਇਸ ਵਿਧਾਨ ਸਭਾ ਦੀ ਸਪੈਸ਼ਲ ਕਮੇਟੀ ਦੀ ਰਿਪੋਰਟ ਵਿੱਚ ਰეკਮੈਂਡੇਸ਼ਨ ਨੇ, ਕਿਉਂਕਿ ਬਹੁਮਤ ਬਹੁਤ ਵੱਡਾ ਜਿਹੜਾ ਆ ਉਹ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਸਾਹਿਬਾਨ ਦਾ ਆ, ਰਿਪੋਰਟ ਤਾਂ ਬਹੁਮਤ ਨਾਲ ਬਣਨੀ ਸੀਗੀ। ਤੇ ਤੁਸੀਂ ਦੱਸ ਦਿਓ ਕਿ ਇਹਦੇ ਵਿੱਚ ਜੇ ਤਾਂ ਕਿਸੇ ਤਰ੍ਹਾਂ ਦਾ ਲਿਹਾਜ਼ ਰੱਖਿਆ ਗਿਆ, ਮੇਰੇ ਖਿਆਲ ਸਭ ਤੋਂ ਸਖਤ ਜਿਹੜੀਆਂ ਨੇ ਉਹ ਮੈਲਬਰੋਜ਼ ਬਾਰੇ ਹੀ ਹੈ। ਫਿਰ ਤੁਸੀਂ ਇਹ ਦੱਸ ਦਿਓ ਕਿ ਕਿਹੜਾ ਲਿਹਾਜ਼ ਰੱਖਿਆ ਗਿਆ। ਮੈਲਬਰੋਜ਼ ਦੇ ਮਾਲਕ ਖੁਦ ਐਮਐਲਏ ਰਹੇ ਨੇ ਜੀ, ਉਹ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ। ਸੋ ਤੁਸੀਂ ਸਕਾਟਲੈਂਡ ਗਏ, ਤੁਹਾਡੀ ਕਮੇਟੀ ਜਿਹੜੀ ਇਹ ਬਣੀ ਸੀਗੀ, ਤੁਸੀਂ ਸਕਾਟਲੈਂਡ ਜਾ ਕੇ ਦੇਖਿਆ ਕਿ ਕਿਵੇਂ ਉੱਥੋਂ ਦੀਆਂ ਡਿਸਟਿਲਰੀਜ਼ ਦੇ ਮਾਲਕ ਜਿਹੜੇ ਨੇ, ਇਹ ਕਮੇਟੀ ਦੀ ਰਿਪੋਰਟ 'ਚ ਲਿਖਿਆ ਕਿ ਉਹ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਨੇ ਕਿ ਅਸੀਂ ਪ੍ਰਦੂਸ਼ਣ ਤੋਂ ਮੁਕਤ ਰੱਖਣਾ, ਆਪਣਾ ਆਲਾ ਦੁਆਲਾ ਸਾਫ਼ ਰੱਖਣਾ ਹੈ। ਸੋ ਇੱਕ ਤਾਂ ਐਮਐਲਏ ਜੀ, ਉਹ ਵੀ ਸ਼੍ਰੋਮਣੀ ਅਕਾਲੀ ਦਲ ਦਾ। ਸੋ ਸਾਡੇ ਪੰਜਾਬ ਦੀ ਇਕਲੌਤੀ ਰੀਜਨਲ ਇੱਕ ਸਾਡੀ ਖੇਤਰੀ ਪਾਰਟੀ ਹੈ ਜੀ, ਔਰ ਇੱਕ ਵਿਧਾਨ ਸਭਾ ਦੇ ਵਿੱਚ ਮੈਂਬਰ, ਤੇ ਉੱਪਰੋਂ ਵੱਡੇ ਲੋਕਾਂ ਦੇ ਨਾਲ ਦੋਸਤੀ ਵੀ, ਉਹਨਾਂ ਦੇ ਨਾਲ ਜਿਹੜੇ ਉਸ ਪਾਰਟੀ ਦੇ ਪ੍ਰਧਾਨ ਨੇ। ਤੁਹਾਨੂੰ ਨਹੀਂ ਲੱਗਦਾ ਜੀ ਇੱਕ ਨੈਤਿਕ ਜ਼ਿੰਮੇਵਾਰੀ ਜਿਹੜੀ ਆ ਬਹੁਤ ਵੱਡੀ ਬਣ ਜਾਂਦੀ ਹੈ? ਮਨਵੀਰ, 10 ਡਿਸਟਿਲਰੀਆਂ ਦਾ ਅਸੀਂ ਦੌਰਾ ਕੀਤਾ ਹੈ। ਜਾਂ ਤਾਂ ਦੱਸ ਦਿਓ ਵੀ 10 ਦੇ 10 ਜਿਹੜੇ ਐਮਐਲਏ ਸੀਗੇ, ਤੇ ਜੇ 10 ਚੋਂ ਬਾਕੀ 9 ਜਿਹੜੀਆਂ ਸੀਗੀਆਂ ਉਹਨਾਂ ਦਾ ਹਾਲ ਚੰਗਾ ਸੀਗਾ ਇਹਦੇ ਨਾਲੋਂ, ਤੇ ਇੱਥੇ ਇਸ ਕਰਕੇ ਸੀਗਾ ਕਿ ਇਹ ਬੰਦਾ ਜਿਹੜਾ ਆ 2012 ਚ ਆਣ ਕੇ ਐਮਐਲਏ ਬਣ ਜਾਂਦਾ, ਤੇ ਇਹਨੇ ਉਦੋਂ ਵੀ ਗੰਦ ਪਾਉਣਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਵੀ ਗੰਦ ਪਾਉਣਾ ਸ਼ੁਰੂ ਕੀਤਾ। ਹਾਂ, ਇਹ ਜ਼ਰੂਰ ਹੈਗਾ ਕਿ ਜਦੋਂ ਵਿਧਾਨ ਸਭਾ ਦੀ ਕਮੇਟੀ ਨੇ ਵਿਜ਼ਿਟ ਕੀਤਾ ਤੇ ਜਿੰਨੀਆਂ ਡਿਸਟਿਲਰੀਆਂ ਸੀਗੀਆਂ ਇੱਕ ਵਾਰ ਕੱਸੀਆਂ ਗਈਆਂ, ਇੱਕ ਵਾਰ ਕੱਸੀਆਂ ਗਈਆਂ। ਜਿਵੇਂ ਹੁੰਦਾ ਨਾ, ਇੱਕ ਆਪਾਂ ਜਦੋਂ ਕੋਈ ਐਕਸ਼ਨ ਕਰਦੀ ਹੈ, ਪੁਲਿਸ ਵੀ ਐਕਸ਼ਨ ਕਰਦੀ ਹੈ, ਕਿਸੇ ਕੰਮ ਵਾਸਤੇ ਐਕਸ਼ਨ ਚਾਹੁੰਦੀ ਹੈ, ਉਹਦੀ ਇੱਕ ਦਹਿਸ਼ਤ ਪੈਂਦੀ ਵੀ ਇਹ ਹੁਣ ਕਾਨੂੰਨ ਦੇ ਦਾਇਰੇ 'ਚ ਹੋ ਜੀ।
ਤੇ ਜਦੋਂ ਅਜਿਹਾ ਐਕਸ਼ਨ ਹੋਇਆ ਤਾਂ ਉਸ ਤੋਂ ਬਾਅਦ ਸਾਰੀਆਂ ਜਿੰਨੀਆਂ ਡਿਸਟਿਲਰੀਆਂ ਸੀਗੀਆਂ ਇੱਕ ਨਾ ਕੰਟਰੋਲ 'ਚ ਉਹਨਾਂ ਨੇ ਲਗਭਗ ਆਪਣੇ ਆਪ ਨੂੰ ਸਮੇਟਣ ਦੀ ਕੋਸ਼ਿਸ਼ ਕੀਤੀ। ਔਰ ਰਹੀ ਗੱਲ 2012 'ਚੋਂ ਐਮਐਲਏ ਬਣਦੇ, ਤੁਸੀਂ ਦੱਸ ਦਿਓ ਜੇ ਤੇ ਇਸ ਕਮੇਟੀ ਦੀ ਰਿਪੋਰਟ 'ਚ ਕੋਈ ਉਹਨਾਂ ਬਾਰੇ ਲਿਹਾਜ਼ ਰੱਖਿਆ ਗਿਆ। ਸੈਕੰਡ ਜਿਹੜੀ ਗੱਲ ਹੈ, ਅੱਗੇ ਤੁਸੀਂ ਆ ਜਾਓ ਕਿ ਉਹ 2012 ਵਾਲੀ 'ਚ ਐਮਐਲਏ ਬਣ ਗਏ, ਉਸ ਤੋਂ ਬਾਅਦ ਗਏ ਕਿੱਥੇ? ਕਾਂਗਰਸ 'ਚ ਗਏ। ਔਰ ਕਾਂਗਰਸ ਤੋਂ ਬਾਅਦ ਅੱਜ ਕੱਲ੍ਹ ਕਿੱਥੇ ਨੇ? ਤੁਹਾਨੂੰ ਵੀ ਪਤਾ ਕਿ ਜਿਹੜੀ ਦਿੱਲੀ ਦੀ ਸ਼ਰਾਬ ਨੀਤੀ ਹੈ ਤੇ ਪਤਾ ਨਹੀਂ 700 ਕਰੋੜ ਦਾ ਉੱਥੋਂ ਦਾ ਕੰਮ ਹੈ ਤੇ 600-700 ਕਰੋੜ ਦਾ ਕੰਮ ਪੰਜਾਬ ਦਾ ਜਿਹੜਾ ਆ ਦੀਪ ਮਲਹੋਤਰਾ ਜੀ ਕੋਲੇ ਆ। ਤੇ ਜਿੰਨੀ ਸ਼ਰਾਬ ਨੀਤੀ ਹੈ ਦਿੱਲੀ ਦੀ ਤੇ ਪੰਜਾਬ ਦੀ, ਜਿਹ 'ਚ ਸਿਸੋਦੀਆ ਸਾਹਿਬ ਜੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਦਿੱਲੀ ਦੀ ਸਰਕਾਰ ਦਾ ਜ਼ਿਕਰ ਕੀਤਾ ਜਾ ਰਿਹਾ ਕੇਜਰੀਵਾਲ ਸਾਹਿਬ ਜੀ ਦਾ, ਔਰ ਜਿਹਦੇ ਉੱਤੇ ਜਾਂਚ ਵੀ ਚੱਲ ਰਹੀ ਹੈ, ਤੇ ਉਹਦੇ ਵਿੱਚ ਦੀਪ ਮਲਹੋਤਰਾ ਦਾ ਅੱਜ ਕੀ ਰੋਲ ਆ ਰਿਹਾ ਹੈ? ਇਹ ਲੋਕ ਜਿਹੜੇ ਨੇ, ਜਿਹੜੇ ਇਸ ਤਰ੍ਹਾਂ ਦੇ ਹੁੰਦੇ ਨੇ, ਕਈ ਵਾਰ ਪਾਰਟੀਆਂ ਕੋਲੋਂ ਵੀ ਗਲਤੀ ਹੁੰਦੀ ਹੈ ਕਿ ਪਾਰਟੀਆਂ ਭਰੋਸਾ ਕਰਕੇ ਲੈ ਆਉਂਦੀਆਂ ਕਿ ਸ਼ਾਇਦ ਇਹ ਲੋਕ ਚੰਗਾ ਕਰਨਗੇ, ਆਪਦਾ ਪੰਜਾਬ ਦਾ ਭਲਾ ਕਰਨਗੇ, ਤੇ ਜਦੋਂ ਪਤਾ ਲੱਗਦਾ ਕਿ ਇਹ ਕੇਵਲ ਤੇ ਕੇਵਲ ਆਪਦੇ ਆਰਥਿਕ ਲਾਹੇ ਵਾਸਤੇ ਆਉਂਦੇ ਨੇ, ਫਿਰ ਇਸ ਕਰਕੇ ਜਿਹੜਾ 2012 ਤੋਂ ਬਾਅਦ ਉਹਨਾਂ ਨੂੰ ਬਾਅਦ ਦਾ ਰਸਤਾ ਵਿਖਾ ਦਿੱਤਾ ਗਿਆ। ਹੁਣ ਤੁਹਾਨੂੰ ਜਿਹੜੀ ਤੁਹਾਡੀ ਕਮੇਟੀ ਦੀ ਰਿਪੋਰਟ ਸੀ ਸਰ, ਇਹਦੇ ਵਿੱਚ ਇੱਕ ਚੀਜ਼ ਤੁਹਾਨੂੰ ਕਦੀ ਮਹਿਸੂਸ ਹੋਈ ਸੀ ਉਸ ਸਮੇਂ ਕਿ ਇਹਦੇ 'ਚ ਟੈਕਨੀਕੈਲਿਟੀਜ਼ ਦੀ ਕਮੀ ਹੈ, ਕਿ ਜਿਹੜਾ ਤੁਹਾਡੇ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸੀ ਔਰ ਉਹਨਾਂ ਨੇ ਜਿਹੜੇ ਟੈਸਟ ਕੀਤੇ ਨੇ, ਉਹ ਟੈਸਟ ਆਰ ਨਾਟ ਸਫੀਸ਼ੀਐਂਟ, ਜਿਹਦੇ ਨਾਲ ਆਪਾਂ ਨੂੰ ਪਤਾ ਲੱਗ ਸਕੇ ਕਿ ਇਹ ਪ੍ਰਦੂਸ਼ਣ ਕਿੰਨਾ ਫੈਲਾ ਰਹੀਆਂ ਨੇ ਫੈਕਟਰੀਜ਼, ਕਿਉਂਕਿ ਕਾਫੀ ਹਾਰਮਫੁਲ ਕੈਮੀਕਲ ਜਿਹੜੇ ਨੇ, ਹਾਰਡ ਮੈਟਲਸ ਜਿਹੜੇ ਨੇ, ਉਹ ਵੀ ਪਾਣੀ ਦੇ ਵਿੱਚ ਚਲੇ ਜਾਂਦੇ ਨੇ। ਉਹਨਾਂ ਦਾ ਕੋਈ ਵੀ ਟੈਸਟ ਇਹਦੇ ਵਿੱਚ ਨਹੀਂ ਸੀ। ਕੀ ਸਾਡੀ ਜਿਹੜੇ ਸਾਡੇ ਐਮਐਲਏ ਸਾਹਿਬਾਨ ਵੀ ਹੋ ਗਏ ਜਾਂ ਸਾਡੀਆਂ ਸੰਸਥਾਵਾਂ ਹੋ ਗਈਆਂ ਪੰਜਾਬ ਦੀਆਂ, ਕੀ ਉਹ ਸੋਫਿਸਟੀਕੇਟਡ ਔਰ ਮਾਡਰਨ ਇੰਸਟਰੂਮੈਂਟਸ ਐਪਰੇਟਸ ਉਹਨਾਂ ਕੋਲ ਨਹੀਂ ਹੈਗੇ? ਦੇਖੋ, ਇਹ 'ਚ ਕੋਈ ਦਰਾਵਾ ਨਹੀਂ ਕਿ ਕਾਫੀ ਕੁਝ ਜ਼ਰੂਰਤ ਹੈ। ਜਿਹੜਾ ਏਡੀ ਵੱਡੀ ਇੰਸਟੀਟਿਊਸ਼ਨ ਹੈ ਪੰਜਾਬ ਵਿਧਾਨ ਸਭਾ, ਇਹਦੇ ਕੋਲੇ ਜਿਹੜੇ ਟੈਕਨੀਕਲ ਬੰਦੇ ਵੀ ਇਹਦੇ ਕੋਲੇ ਚਾਹੀਦੇ ਹੈ, ਜਿਹੜੇ ਆਪ ਦੀ ਜਿਹੜੀ ਆ ਵਿਧਾਨ ਸਭਾ ਜੋ ਚਾਹੁੰਦੀ ਹੈ ਉਹਦੇ ਬਾਰੇ ਜਿਹੜੀ ਹੈ ਸਪਸ਼ਟ ਤੇ ਸਹੀ ਰਿਪੋਰਟ ਦੇ ਸਕਣ। ਪਰ ਕਿਉਂਕਿ ਅੱਜ ਵੀ ਜਿਹੜੀਆਂ ਵਿਧਾਨ ਸਭਾ ਦੀਆਂ ਕਮੇਟੀਆਂ ਹੁੰਦੀਆਂ ਨੇ, ਇਹ ਕਾਫੀ ਜਿਹੜੇ ਵੱਖ-ਵੱਖ ਡਿਪਾਰਟਮੈਂਟਾਂ ਦੇ ਅਧਿਕਾਰੀ ਹੁੰਦੇ ਨੇ, ਉਹਨਾਂ ਤੇ ਡਿਪੈਂਡ ਕਰਦੀਆਂ ਨੇ। ਮੈਂ ਜਦੋਂ ਐਸਟੀਮੇਟ ਕਮੇਟੀ ਦਾ ਚੇਅਰਮੈਨ ਸੀਗਾ, ਤੇ ਮੈਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨ ਨੇ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਇਹਨਾਂ ਦੇ ਵਿੱਚ ਮੈਂ ਜਾ ਕੇ ਦੇਖਿਆ ਕੋਈ ਉੱਥੇ ਸੜਕ ਕਦੋਂ ਬਣੀ, ਹਾਂਜੀ, ਕੋਈ ਰਿਕਾਰਡ ਨਹੀਂ। ਇਹ ਕਿੰਨੇ ਕਿਲੋਮੀਟਰ ਬਣੀ, ਕੋਈ ਰਿਕਾਰਡ ਨਹੀਂ। ਇਹਦੀ ਮੇਨਟੇਨੈਂਸ ਕਦੋਂ ਹੋਈ, ਕੋਈ ਰਿਕਾਰਡ ਨਹੀਂ, ਕੋਈ ਰਜਿਸਟਰ ਨਹੀਂ। ਉਹ ਮੈਂ ਜਾ ਕੇ ਫਿਰ ਚੈੱਕ ਕੀਤਾ, ਔਰ ਮੈਂ ਫਿਰ ਕੁਦਰਤੀ ਜਿੱਤੇ ਮਾੜਾ ਮੋਟਾ ਤੁਸੀਂ ਭਰੋਸਾ ਕਰ ਸਕਦੇ ਹੁੰਦੇ ਜੇ, ਮੈਂ ਉਹ B&R ਦਾ ਇੱਕ ਐਸਟੀਓ ਸੀਗਾ, ਉਹਨੂੰ ਨਾਲ ਲੈ ਕੇ ਜੇਈ ਲਿਆ, ਜਿਹੜੇ ਮੇਰੇ ਮਾੜੇ ਮੋਟੇ ਭਰੋਸੇ ਵਾਲੇ ਸੀਗੇ। ਪਰ ਮੈਂ ਕਹਿ ਦਵਾਂ ਕਿ ਹੋ ਸਕਦਾ ਕਿ ਉਹਨੂੰ ਸੱਜਿਓਂ ਖੱਬਿਓਂ ਕੁੰਡੀ ਪਾ ਲੈਂਦੇ, ਹੁਣ ਉਹ ਵੀ ਲਿਹਾਜ਼ ਕਰ ਜਾਂਦਾ ਹੋਵੇ, ਪਰ ਮੈਂ ਉਹਦੇ 'ਚ ਵੀ ਸਖਤ ਜਿਹੜੀਆਂ ਟਿੱਪਣੀਆਂ ਕੀਤੀਆਂ। ਹੁਣ ਇਹਦੇ 'ਚ ਤੁਸੀਂ ਦੇਖੋਗੇ ਨਾ, ਜੋ ਅਸੀਂ ਅੱਖੀਂ ਦੇਖਿਆ ਕਿਸ ਤਰ੍ਹਾਂ ਉੱਥੇ ਜਿਹੜਾ ਗਾਰਬੇਜ ਆ ਰਿਹਾ ਸੀ, ਬਾਹਰ ਆ ਰਿਹਾ ਸੀ, ਜਿਵੇਂ ਅਨਟ੍ਰੀਟਡ ਪਾਣੀ ਜਿਹੜਾ ਤੁਰਿਆ ਫਿਰਦਾ ਸੀਗਾ, ਟ੍ਰੀਟਮੈਂਟ ਪਲਾਂਟ ਜਿਹੜੇ ਇੱਕ ਤਰ੍ਹਾਂ ਨਹੀਂ ਚੱਲ ਰਹੇ, ਔਰ ਜਿੰਨੀ ਉਹਨਾਂ ਦੀ ਕਪੈਸਿਟੀ ਸੀ ਉਸ ਤੋਂ ਵੱਧ ਚੱਲ ਰਹੀਆਂ ਸੀਗੀਆਂ, ਔਰ ਪਾਣੀ ਜਿਹੜਾ ਆ ਨਾਲਿਆਂ 'ਚ ਜਾ ਰਿਹਾ ਸੀ, ਲੋਕਾਂ ਦੇ ਖੇਤਾਂ 'ਚ ਜਾ ਰਿਹਾ ਸੀ, ਸਵਾਹ ਜਾ ਰਹੀ ਸੀਗੀ। ਉਹ ਅਸੀਂ ਸਾਰਾ ਕੁਝ ਇਕੱਲੀ ਚੀਜ਼ ਜਿਹੜੀ ਹੈ ਜਿਸ ਤਰ੍ਹਾਂ ਅਸੀਂ ਦੇਖਿਆ, ਉਹ ਸਾਰਾ ਕੁਝ ਮੈਂਸ਼ਨ ਕੀਤਾ ਹੈ। ਇਹਦੇ ਤੋਂ ਹੀ ਆਪਣੇ ਆਪ ਪਤਾ ਲੱਗ ਜਾਂਦਾ ਕਿ ਇਹ ਜਿਹੜੀਆਂ ਫੈਕਟਰੀਆਂ ਨੇ, ਇਹ ਜਿਹੜੀਆਂ ਡਿਸਟਿਲਰੀਜ਼ ਨੇ, ਇਹ ਕਿਸ ਤਰ੍ਹਾਂ ਇੱਕ ਵਾਤਾਵਰਣ ਦੇ ਨਾਲ ਖੇਡ ਰਹੀਆਂ ਨੇ, ਔਰ ਕਿਸ ਤਰ੍ਹਾਂ ਇਹ ਕੁਤਾਹੀ ਕਰ ਰਹੀਆਂ ਨੇ। ਭਾਵੇਂ ਟੈਕਨੀਕਲੀ ਅਸੀਂ ਜ਼ਿਆਦਾ ਜਾਣਕਾਰ ਨਹੀਂ, ਸਾਨੂੰ ਨਹੀਂ ਪਤਾ ਕਿ ਟੈਕਨੀਕਲੀ ਜੋ ਕੁਝ ਉਹ ਇਹਦੇ ਵਿੱਚ ਦਰਜ, ਸਾਨੂੰ ਜ਼ਿਆਦਾ ਨਹੀਂ ਪਤਾ ਲੱਗਦਾ, ਪਰ ਜੋ ਅਸੀਂ ਅੱਖੀਂ ਦੇਖ ਲਿਆ, ਜਦੋਂ ਅੱਖੀਂ ਦੇਖ ਲਿਆ ਤੇ ਫਿਰ ਉਹ ਤੇ ਟੈਕਨੀਕਲੀ ਦੇਵੇ ਨਾ ਦੇਵੇ, ਹਾਂਜੀ, ਉਹ 'ਚ ਕੀ ਕਰਦਾ ਕੀ ਨਹੀਂ ਕਰਦਾ ਸਾਨੂੰ ਜ਼ਿਆਦਾ ਪਤਾ ਨਹੀਂ ਲੱਗਦਾ। ਪਰ ਸੈਂਪਲ ਅਸੀਂ ਦੇਖਦੇ ਰਹੇ ਕਿ ਜਿੱਥੋਂ ਅਸੀਂ ਮਹਿਸੂਸ ਕਰਦੇ ਸੀ ਕਿ ਇੱਥੋਂ ਸੈਂਪਲ ਭਰ, ਉੱਥੋਂ ਸੈਂਪਲ ਭਰਦਾ ਰਿਹਾ। ਹਾਂ, ਰਿਪੋਰਟ ਫਿਰ ਭੌਂ ਕੇ ਉਹਨਾਂ ਨੇ ਬਣਾਉਣੀ ਹੁੰਦੀ ਹੈ, ਰਿਪੋਰਟ ਉੱਥੋਂ ਹੀ ਆਉਣੀ ਹੁੰਦੀ ਹੈ। ਰਿਪੋਰਟ ਦਾ ਆਪਾਂ ਦੇਖਦੇ ਹੀ ਹੈ ਕਿ ਕੀ ਕੁਝ ਕਰ ਜਾਂਦੇ ਆ, ਪਰ ਮੈਨੂੰ ਨਹੀਂ ਪਤਾ ਕਿ ਉਹਨੇ ਉਹ 'ਚ ਕੋਈ ਕੀਤੀ ਹੈ ਨਹੀਂ ਕੀਤੀ। ਪਰ ਜਿਹੜੀ ਰਿਪੋਰਟ ਤੁਸੀਂ ਦੇਖੋਗੇ, ਜੋ ਅਸੀਂ ਮੌਕੇ ਤੇ ਜਾ ਕੇ ਅੱਖੀਂ ਦੇਖਿਆ, ਉਹਦੇ ਵਿੱਚ ਹੀ ਆਪਣੇ ਆਪ ਹੀ ਪ੍ਰਤੱਖ ਹੋ ਜਾਂਦਾ ਹੈ ਕਿ ਇੱਥੇ ਜਿਹੜਾ ਆ ਲੋਕਾਂ ਦੀ ਜ਼ਿੰਦਗੀਆਂ ਨਾਲ ਖੇਡਿਆ ਜਾ ਰਿਹਾ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕੋਈ ਵੀ ਤੁਹਾਨੂੰ ਦੁਬਾਰਾ ਅਪਡੇਟ ਨਹੀਂ ਦਿੱਤੀ ਕਿ ਉਹਨਾਂ ਨੇ ਕੋਈ ਕਾਰਵਾਈ ਕੀਤੀ ਹੈ ਇਹਦੇ ਤੇ? ਨਹੀਂ ਮਨਵੀਰ, ਇਹ 'ਚ ਦੇਖੋ, ਇਹ ਜਿਹੜੀਆਂ ਸਪੈਸ਼ਲ ਕਮੇਟੀਜ਼ ਹੁੰਦੀਆਂ ਨੇ,
ਇਹਦਾ ਇਹੀ ਮਤਲਬ ਘਾਟ ਹੈ ਕਿ ਵਿਧਾਨ ਸਭਾ ਨਿਗਾਹ ਰੱਖਣ ਵਾਸਤੇ ਕਿ ਜਿਹੜੀ ਅਸੀਂ ਰਿਪੋਰਟ ਪੇਸ਼ ਕੀਤੀ ਸੀ, ਜਿਹੜੀ ਅਸੀਂ ਡਿਪਾਰਟਮੈਂਟ ਨੂੰ ਜਾਂ ਪਾਰਲੀਮੈਂਟਰੀ ਅਫੇਅਰਜ਼ ਨੂੰ ਭੇਜ ਦਿੱਤੀ ਹੈ ਜਾਂ ਅਸੀਂ ਚੀਫ ਸੈਕਟਰੀ ਨੂੰ ਭੇਜ ਦਿੱਤੀ ਹੈ, ਉਹਦੇ ਤੇ ਅੱਗੇ ਕੀ ਹੋਇਆ ਉਹਦੇ ਵਾਸਤੇ ਕਮੇਟੀ ਹੈ ਨਹੀਂ। ਸਗੋਂ ਮੈਂ ਹੁਣ ਸਪੀਕਰ ਸਾਹਿਬ ਤੋਂ ਮੰਗ ਕਰਾਂਗਾ ਔਰ ਜ਼ਰੂਰੀ ਹੈ ਕਿ ਜਿਹੜੀਆਂ ਸਪੈਸ਼ਲ ਕਮੇਟੀਜ਼ ਨੇ ਉਹਨਾਂ ਨੂੰ ਡੀਲ ਕਰਨ ਵਾਸਤੇ ਵੀ ਉਹ ਕਿਸ ਕਦਰ ਲਾਗੂ ਹੋਈਆਂ ਨੇ, ਕਿੱਥੋਂ ਤੱਕ ਲਾਗੂ ਹੋਈਆਂ ਨੇ, ਹਾਂਜੀ, ਉਹ ਚ ਕੀ ਕਿਸੇ ਨੇ ਉਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਕਿ ਨਹੀਂ ਕੀਤੀ, ਜਿਹਨੇ ਜੇ ਨਹੀਂ ਕੀਤੀ ਤਾਂ ਕਿਹਨੇ ਨਹੀਂ ਕੀਤੀ, ਉਹਨਾਂ ਦੀ ਜਵਾਬਦੇਹੀ ਜਿਹੜੀ ਆ ਵਿਧਾਨ ਸਭਾ ਕਰ ਸਕੇ। ਅਜਿਹਾ ਪ੍ਰਬੰਧ ਹੋਣਾ ਚਾਹੀਦਾ ਜਿਹੜਾ ਕਿ ਹੁਣ ਤੱਕ ਹੈ ਨਹੀਂ। ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ 'ਚ ਇੱਕ ਕਮੇਟੀ ਇਸ ਚੀਜ਼ ਤੇ ਬਣਨੀ ਚਾਹੀਦੀ ਹੈ ਕਿ ਕਿੰਨੇ ਕੁ ਪੋਲੀਟੀਕਲ ਲੋਕਾਂ ਦਾ, ਸਿਆਸਤਦਾਨਾਂ ਦਾ ਆਪਣੀਆਂ ਫੈਕਟਰੀਆਂ ਨੇ ਸ਼ਰਾਬ ਦੀਆਂ, ਕਿੰਨੇ ਕੁ ਉਹਨਾਂ ਦੇ ਹਿੱਸੇ ਨੇ ਔਰ ਕਿਵੇਂ ਇਹ ਸਾਰਾ ਕਾਰੋਬਾਰ ਜਿਹੜਾ ਬੜੀ ਛੇਤੀ ਪਨਪਿਆ ਆ, ਕਿਉਂਕਿ ਹੂਜ ਟ੍ਰੈਜੇਡੀ ਤੁਹਾਡੇ ਏਰੀਆ ਦੇ ਵਿੱਚ ਹੋਈ ਸੀਗੀ ਜੀ, ਤੁਹਾਨੂੰ ਯਾਦ ਹੋਏਗਾ ਕਿੰਨੀਆਂ ਮੌਤਾਂ ਉਹਦੇ ਵਿੱਚ ਹੋਈਆਂ ਸੀ। ਇਸੇ ਤਰ੍ਹਾਂ ਇੱਕ ਹੋਰ ਚੀਜ਼ ਹੈ ਜਿਹਦੇ ਵਿੱਚ ਸਰਨਾ ਫੈਮਿਲੀ ਜਿਹੜੀ ਦਿੱਲੀ ਤੋਂ ਹੈਗੀ ਆ, ਉਹਨਾਂ ਦੇ ਨਾਲ ਜੁੜੀ ਹੋਈ ਇੱਕ ਡਿਸਟਿਲਰੀ ਦੇ ਉੱਤੇ ਇਲਜ਼ਾਮ ਆਉਂਦੇ ਨੇ ਕਿ ਉਹਨਾਂ ਨੇ ਪਾਣੀ ਬਿਆਸ ਦੇ ਵਿੱਚ ਫੇਂਕਿਆ ਔਰ ਮੱਛੀਆਂ ਮਰੀਆਂ ਸੀ ਕਿੰਨੀਆਂ। ਹੁਣ ਇਹਦੇ 'ਚ ਜਦੋਂ ਵੀ ਕੋਈ ਵੱਡੀ ਟ੍ਰੈਜੇਡੀ ਹੁੰਦੀ ਆ ਤਾਂ ਪੋਲੀਟੀਕਲ ਲਿੰਕ ਨਿਕਲ ਕੇ ਸਾਹਮਣੇ ਆ ਜਾਂਦਾ। ਇੱਕ ਕਮੇਟੀ ਇਹਦੇ ਤੇ ਨਹੀਂ ਹੋਣੀ ਚਾਹੀਦੀ ਜੀ? ਦੇਖੋ, ਇੱਕ ਮੈਂ ਬੇਨਤੀ ਕਰਾਂ ਜੀ, ਜਿਹੜਾ ਇੱਕੋ ਹੀ ਹੋ ਗਿਆ ਜੀ ਪੋਲੀਟੀਕਲ ਬੰਦਾ ਕੋਈ ਕਾਰੋਬਾਰ ਨਾ ਕਰੇ। ਫਲਾਣਾ ਜੀ ਟਰਾਂਸਪੋਰਟ ਦਾ ਕਾਰੋਬਾਰ ਕਰਦਾ ਜੀ, ਇਹ ਨਹੀਂ ਦੇਖਦੇ ਕਿ 1947 ਤੋਂ ਪਹਿਲਾਂ ਦੇ ਜਦੋਂ ਪੂਰੇ ਹਿੰਦੁਸਤਾਨ 'ਚ ਕਿਸੇ ਵਿਰਲੇ ਟਾਵੇਂ ਦੀ ਟਰਾਂਸਪੋਰਟ ਹੁੰਦੀ ਸੀ ਤੇ ਬਾਦਲਾਂ ਦੀ ਟਰਾਂਸਪੋਰਟ ਸੀ। ਹਾਂ, ਜੰਮ ਕੇ ਕਾਰੋਬਾਰ ਕਰੇ ਪਰ ਸਾਫ਼ ਸੁਥਰਾ ਹੋਵੇ, ਹਾਂਜੀ, ਨਿਯਮਾਂ ਦੇ ਅਨੁਸਾਰ ਹੋਵੇ। ਇੱਥੇ ਤੇ ਜਿਹੜੇ ਅੰਬਾਨੀ ਨੇ ਉਹ ਇੱਕ ਕਲਰਕ ਤੋਂ ਉੱਠ ਕੇ ਅੱਜ ਦੁਨੀਆ ਦੇ ਸਭ ਤੋਂ ਵੱਡੇ ਸਮਰਾਟ ਬਣ ਕੇ ਬੈਠੇ ਹੈ। ਤੇ ਜਿਹੜੇ ਵੱਡੇ ਪੰਜਾਬ ਦੇ ਸਰਦਾਰ ਹੈ, ਜਿਹੜੇ ਚੌਂ ਪੰਜਾਂ ਚੋਂ ਸਰਦਾਰਾਂ ਚੋਂ ਇੱਕ ਸਰਦਾਰ ਆਉਂਦੇ ਨੇ ਬਾਦਲ ਸਰਦਾਰ, ਤੇ ਕਹਿੰਦੇ ਕਿ ਬਾਦਲਾਂ ਨੇ ਤਰੱਕੀ ਕਿਵੇਂ ਕਰ ਲਈ। ਹਾਂਜੀ, ਇੱਥੇ ਜਿਹੜੇ ਮੇਰੇ ਵਰਗੇ ਕੱਚੇ ਮਕਾਨਾਂ 'ਚ ਉੱਠ ਕੇ ਤੇ ਮੈਂ ਵੀ ਅੱਜ ਕੋਠੀ ਪਾ ਕੇ ਬੈਠਾ ਹਾਂ। ਮੇਰੇ ਕੋਲੇ ਵੀ ਘਰ ਦੇ ਵਿੱਚ ਮਹਾਰਾਜ ਨੇ ਸਭ ਕੁਝ ਦਿੱਤਾ ਆ। ਹਾਂਜੀ, ਤੇ ਮਤਲਬ ਸਾਡਾ ਇੱਕ ਦਿਖਾਂਤ ਬਣ ਗਿਆ ਕਿ ਜੇ ਪੋਲੀਟੀਕਲ ਬੰਦਾ ਰੋਟੀ ਖਾਂਦਾ ਤੇ ਕਿਉਂ ਖਾਂਦਾ ਆ। ਨਹੀਂ, ਗੱਲ ਉਹ ਆ ਜਾਂਦੀ ਹੈ ਜੀ ਜਦੋਂ ਏਦਾਂ ਦੇ ਪ੍ਰਦੂਸ਼ਣ ਵਰਗੀਆਂ ਚੀਜ਼ਾਂ ਆਉਂਦੀਆਂ ਨੇ ਜਿੱਥੇ ਆਮ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋ ਰਿਹਾ, ਪਸ਼ੂ ਡੰਗਰ ਉਹਨਾਂ ਦਾ ਪ੍ਰਭਾਵਿਤ ਹੋ ਰਿਹਾ, ਬੱਚੇ, ਨਸਲਾਂ ਉਹਨਾਂ ਦੀਆਂ, ਫਿਰ ਸਵਾਲ ਪੈਦਾ ਹੁੰਦਾ ਹੈ ਕਿ ਇਹ ਫੈਕਟਰੀਆਂ ਨੂੰ ਸੰਘਣੀ ਆਬਾਦੀ ਦੇ ਵਿੱਚ ਕੌਣ ਪਰਮਿਸ਼ਨ ਦਿੰਦਾ? ਮਨਵੀਰ, ਦੇਖੋ ਇਹੀ ਗੱਲ ਹੈ ਕਿ ਪਰਮਿਸ਼ਨ ਕੌਣ ਦਿੰਦਾ ਹੈ, ਕੀ ਨਿਯਮਾਂ ਤੋਂ ਬਾਹਰ ਜਾ ਕੇ ਦਿੱਤੀ ਜਾਂਦੀ ਹੈ? ਇਹ ਵੀ ਚੈੱਕ ਕਰਨ ਵਾਲੀ ਗੱਲ ਹੈ। ਜੇ ਨਿਯਮਾਂ ਤੋਂ ਬਾਹਰ ਦਿੱਤੀ ਗਈ ਹੈ ਤੇ ਜਿਹੜੇ ਅਧਿਕਾਰੀ ਨੇ ਦਿੱਤੀ ਹੈ ਉਹਨੂੰ ਫਾਹੇ ਟੰਗੋ। ਫਿਰ ਤੁਸੀਂ ਕਹਿਣਾ ਕਿ ਮੈਂ ਵਾਰ-ਵਾਰ ਕਮੇਟੀਆਂ ਦੀ ਗੱਲ ਕਰਦਾ। ਇੱਕ ਵਾਰ ਮੈਂ ਇੱਕ ਕਮੇਟੀ ਸੀਗੀ, ਸ਼ਾਇਦ ਪਬਲਿਕ ਅਕਾਊਂਟਸ ਕਮੇਟੀ ਸੀਗੀ, ਮੈਂ ਉਹਦਾ ਚੇਅਰਮੈਨ ਸੀਗਾ, ਤੇ ਚੰਨੀ ਸਾਹਿਬ ਜਿਹੜੇ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ 'ਚ ਨੇ ਆਈਐਸ ਅਫੀਸਰ ਐਸ ਚੰਨੀ, ਇਹ ਉਸ ਡਿਪਾਰਟਮੈਂਟ ਦੇ ਸੈਕਟਰੀ ਸੀਗੇ। ਇਹਨਾਂ ਨੂੰ ਸੱਦਿਆ ਗਿਆ ਕਮੇਟੀ ਦੇ ਸਾਹਮਣੇ, ਕੋਈ ਪਹਿਰਾ ਸੀਗਾ। ਉਹਦੇ ਵਿੱਚ ਕੀ ਸੀਗਾ ਕਿ ਕਿਸੇ ਨੂੰ ਵਨ ਟਾਈਮ ਸੈਟਲਮੈਂਟ 'ਚ ਏਡਾ ਵੱਡਾ ਲਾਭ ਦਿੱਤਾ ਗਿਆ ਜਿਹੜਾ ਕਦੀ ਕਿਆਸ ਨਹੀਂ ਕੀਤਾ ਜਾ ਸਕਦਾ ਕਿਸੇ ਨੂੰ। ਮੈਂ ਉੱਥੇ ਉਹਨੂੰ ਘੇਰ ਲਿਆ ਚੰਨੀ ਸਾਹਿਬ ਨੂੰ, ਮੈਂ ਮੈਨੂੰ ਇਸ ਬਾਰੇ ਦੱਸੋ, ਮੈਂ ਤਾਂ ਗਾਂ ਤੱਤ ਕਰੂੰਗਾ, ਇਹ ਤਾਂ ਮੈਂ ਤੁਹਾਡੀ ਜਵਾਬਦੇਹੀ ਕਰੂੰਗਾ। ਹਾਂਜੀ, ਚੰਨੀ ਸਾਹਿਬ ਗੱਲ ਗੁੱਲ ਨੂੰ ਸਮੇਟਣ ਦੀ ਕੋਸ਼ਿਸ਼ ਕਰਨ ਹੁਣ, ਕਿਉਂਕਿ ਮਾੜਾ ਮੋਟਾ ਰੱਬ ਨੇ ਸਾਨੂੰ ਵੀ ਖਾਣਾ ਦਿੱਤਾ। ਉਹ ਅਖੀਰ ਮੰਨ ਕੇ ਜੀ ਗਲਤ ਹੋਇਆ। ਤੁਸੀਂ ਮੰਨਣਾ ਨਹੀਂਗਾ ਕਿ ਮੈਨੂੰ ਉਸ ਸ਼ਾਮ ਨੂੰ ਘੱਟੋ ਘੱਟ 3-4 ਵੱਡੇ ਅਫੀਸਰਾਂ ਦੇ, ਇੱਥੋਂ ਤੱਕ ਕਿ ਜਿਹੜੇ ਰਿਟਾਇਰਡ ਚੀਫ ਸੈਕਟਰੀ ਸੀਗੇ, ਉਹਨਾਂ ਦਾ ਫੋਨ ਆ ਗਿਆ। ਹਾਂਜੀ, ਵੀ ਕੁਛ ਕਰੋ ਜੀ, ਵੇਖਿਆ ਜੇ ਕਿਤੇ ਜੀ, ਕਿਉਂਕਿ ਜਿਹੜੀ ਵਿਧਾਨ ਸਭਾ ਦੀ ਕਮੇਟੀ ਆ, ਜੇ ਕਿਸੇ ਆਫੀਸਰ ਨੇ ਫਾਈਨੈਂਸ਼ੀਅਲੀ ਕੁਤਾਹੀ ਕੀਤੀ ਹੈ ਉਹਦੀਆਂ ਪੈਨਸ਼ਨ ਵੀ ਰੋਕ ਸਕਦੀ ਹੈ, ਉਹਦੇ ਬੈਨੀਫਿਟ ਰੋਕ ਸਕਦੀ ਹੈ, ਉਹ ਤੋਂ ਰਿਕਵਰੀ ਕਰ ਸਕਦੀ ਹੈ। ਜਿਹੜੀਆਂ ਕਿ ਵਿਧਾਨ ਸਭਾ ਅਜੇ ਤੱਕ ਕਮੇਟੀਆਂ ਇਸ ਪਾਸੇ ਨੂੰ ਨਹੀਂ ਜਾਂਦੀਆਂ, ਪਰ ਜਾ ਸਕਦੀਆਂ ਨੇ, ਕਿਉਂਕਿ ਬੜੀ ਪਾਵਰ ਹੈ ਵਿਧਾਨ ਸਭਾ ਦੀਆਂ ਕਮੇਟੀਆਂ ਕੋਲੇ। ਪਰ ਕਿਉਂਕਿ ਸਾਡਾ ਦਸਤੂਰ ਬਣਿਆ, ਹਾਜ਼ਰੀ ਲਾਈ, TADA ਬਣਾਇਆ ਤੇ ਘਰ ਨੂੰ ਆ ਗਏ, ਉਹ ਨਹੀਂ ਹੋਣਾ ਚਾਹੀਦਾ। ਇਸ ਕਰਕੇ ਜਿਹੜਾ ਵਿਧਾਨ ਸਭਾ ਦੀਆਂ ਕਮੇਟੀਆਂ ਨੂੰ ਧਿਆਨ ਦੇਣਾ ਚਾਹੀਦਾ। ਮੈਂ ਦੋ ਮੇਨ ਪੱਖ ਤੁਹਾਡੇ ਅੱਗੇ ਆਖਿਰ ਦੇ ਵਿੱਚ ਲੈ ਕੇ ਆਉਣਾ ਚਾਹੁੰਦੀ ਹਾਂ। ਪਹਿਲਾਂ ਤਾਂ ਅਸੀਂ ਇਹੀ ਜਾਣਨਾ ਚਾਹਾਂਗੇ ਕਿ ਇਸ ਤੋਂ ਪਹਿਲਾਂ ਕਿ ਮੈਂ ਸਕਾਟਲੈਂਡ ਦੇ ਦੌਰੇ ਤੇ ਤੁਸੀਂ ਗਏ ਸੀ ਔਰ ਉੱਥੇ ਤੁਸੀਂ ਕੀ ਆਬਜ਼ਰਵ ਕੀਤਾ, ਕਿਵੇਂ ਸਾਰੇ ਨੂੰ ਸਹੀ ਕੀਤਾ ਜਾ ਸਕਦਾ, ਉਸ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ, ਪੰਜਾਬ ਦੀ ਅੱਜ ਦੀ ਸਰਕਾਰ, ਇਸ ਜ਼ੀਰਾ ਮੋਰਚੇ ਨੂੰ ਔਰ ਇਸ ਫੈਕਟਰੀ ਦੇ ਨਾਲ ਜੁੜੇ ਹੋਏ ਪੋਲਿਊਸ਼ਨ ਦੇ ਫੈਕਟਰ ਨੂੰ ਕਿਵੇਂ ਐਡਰੈਸ ਕਰਦੀ ਹੈ? ਤੁਹਾਡੇ ਤੇ ਲੋਕਾਂ ਨੇ ਗੁੱਸਾ ਉਤਾਰਿਆ,
ਤੁਹਾਨੂੰ ਵੋਟਾਂ ਦੇ ਵਿੱਚ ਬਹੁਤ ਪਿੱਛੇ ਰੱਖਿਆ ਔਰ ਆਮ ਆਦਮੀ ਪਾਰਟੀ ਨੂੰ ਐਜ਼ ਫॉर ਬਦਲਾਵ ਭਰੋਸਾ ਕਰਕੇ ਲੈ ਕੇ ਆਂਦਾ। ਤੁਸੀਂ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦੀ ਕਾਰਜਕਾਰੀ ਨੂੰ ਇਸ ਪਾਰਟਿਕੂਲਰ ਵਾਤਾਵਰਣ ਦੇ ਇਸ਼ੂ ਦੇ ਨਾਲ ਜੋੜ ਕੇ? ਮੈਂ ਕਿਸੇ ਦੇ ਵਿਰੁੱਧ ਨਹੀਂ, ਜਿਹਨੂੰ ਲੋਕਾਂ ਨੇ ਫਤਵਾ ਦੇਤਾ ਪ੍ਰਵਾਨ ਕਰਨਾ ਚਾਹੀਦਾ ਔਰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ। ਪਰ ਦੁੱਖ ਉਦੋਂ ਹੁੰਦਾ ਹੈ ਕਿ ਜਦੋਂ ਜਿਹੜੇ ਅਨਟ੍ਰੇਨਡ ਲੋਕ ਹੁੰਦੇ ਨੇ ਉਹਨਾਂ ਦੇ ਹੱਥ 'ਚ ਕਮਾਂਡ ਆ ਜਾਂਦੀ ਤੇ ਉਹਨਾਂ ਨੂੰ ਜਿਹੜਾ ਚਲਾਉਣ ਵਾਲਾ ਆ ਉਹ ਦੁਨੀਆ ਦਾ ਸਭ ਤੋਂ ਵੱਧ ਚਲਾਕ ਬੰਦਾ ਹੋਵੇ ਤੇ ਜਿਹਨੂੰ ਪੰਜਾਬ ਦੇ ਨਾਲ ਕੋਈ ਲਾਗਾ ਦੇਗਾ ਨਾ ਹੋਵੇ। ਅੱਜ ਜੇ ਮੌਲ ਬ੍ਰਿਜ ਬਾਰੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ, ਉਹਨੂੰ ਚਲਾਉਣ ਵਾਸਤੇ ਧੌਂਸ ਦਿੱਤੀ ਗਈ, ਉਹਦੇ ਵਾਸਤੇ ਉੱਥੇ ਲੋਕਾਂ ਤੇ ਪਰਚੇ ਦਰਜ ਕੀਤੇ ਗਏ। ਲੋਕਾਂ ਦੇ ਪਹਿਲੀ ਵਾਰ ਹੈ ਪੰਜਾਬ ਦੇ ਇਤਿਹਾਸ 'ਚ ਕਿ ਕਿਸੇ ਨੇ ਕੋਰਟ ਦੇ ਵਿੱਚ ਲੋਕਾਂ ਦੀ ਪ੍ਰਾਪਰਟੀ ਅਟੈਚ ਕਰਕੇ, ਜ਼ਮੀਨਾਂ ਅਟੈਚ ਕਰਕੇ ਕੋਰਟ ਦੇ ਵਿੱਚ ਸਬਮਿਟ ਕੀਤਾ ਹੋਵੇ। ਇਹ ਜਿਹੜਾ ਹੈ, ਕਿਉਂਕਿ ਇੱਕ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਯਾਰ ਤੁਹਾਡੀਆਂ ਜ਼ਮੀਨਾਂ ਜਾ ਸਕਦੀਆਂ, ਜੇ 50 ਬੰਦਿਆਂ ਦੇ ਦੇਤੇ ਤੇ 50 ਨੂੰ ਵੇਖ ਕੇ 500 ਤੇ ਅਸਰ ਹੁੰਦਾ ਹੈ। ਉਹ ਜਿਹੜਾ ਆ ਉਹ ਕੌਣ ਕਰਵਾ ਰਿਹਾ? ਭਗਵੰਤ ਮਾਨ ਤਾਂ ਨਹੀਂ ਕਰਦਾ। ਭਗਵੰਤ ਮਾਨ ਦੇ ਮਗਰ ਜਿਹੜੀ ਬੈਠੀ ਹੋਈ ਸ਼ਕਤੀ ਹੈ ਜਿਹੜੀ ਦਿੱਲੀੋਂ, ਉਹ ਕਰਵਾ ਰਹੀ ਹੈ, ਕਿਉਂਕਿ ਉਹ ਜਿਹੜੀ ਹੈ ਉਹ ਸ਼ਕਤੀ ਜਿਹੜੀ ਹੈ ਦੀਪ ਮਲਹੋਤਰਾ ਦੇ ਹੱਕ 'ਚ ਖੜੋਤੀ ਹੈ, ਉਸ ਡਿਸਟਿਲਰੀ ਦੇ ਹੱਕ 'ਚ ਖੜੋਤੀ ਹੈ। ਅਸੀਂ ਚਾਹੁੰਦੇ ਹਾਂ ਕਿ ਜਿਹੜੇ ਜੀਰਾ ਦੇ ਲੋਕ ਨੇ, ਜਿਹੜੇ ਜਿਸ ਤਰ੍ਹਾਂ ਦਾ ਪਾਣੀ ਉਹ ਦਿਖਾ ਰਹੇ ਨੇ, ਜਿਸ ਤਰ੍ਹਾਂ ਦਾ ਉੱਥੇ ਵਾਤਾਵਰਨ ਬਣਿਆ, ਮੇਰੀਆਂ ਵੀ 2-4 ਰਿਸ਼ਤੇਦਾਰੀਆਂ ਉੱਤੇ ਨੇ। ਹਾਂਜੀ, ਜੋ ਕੁਛ ਉਹ ਦੱਸਦੇ ਨੇ, ਜੋ ਕੁਛ ਸੁਣੀਦਾ ਆ, ਜਾਂ ਤੁਸੀਂ ਵੀ ਦੇਖਦੇ ਜੇ ਅਸੀਂ ਵੀ ਦੇਖਦੇ ਹਾਂ, ਤੇ ਫਿਰ ਕਦਾਚਿਤ ਵੀ ਸਭ ਤੋਂ ਅਨਮੋਲ ਸਰਕਾਰਾਂ ਵਾਸਤੇ ਮਨੁੱਖ ਦੀ ਜ਼ਿੰਦਗੀ ਹੈ, ਸਭ ਤੋਂ। ਬਾਕੀ ਸਭ ਕੁਛ ਬਾਅਦ 'ਚ ਹੈ। ਪੈਸਾ ਪੂਸਾ ਕਿੱਥੋਂ ਆਉਂਦਾ ਕਿੱਥੋਂ ਨਹੀਂ ਆਉਂਦਾ ਬਾਅਦ ਦੀ ਗੱਲ ਹੈ। ਪਰ ਜਿਸ ਤਰ੍ਹਾਂ ਦਾ ਸਟੈਂਡ ਇਹਨਾਂ ਨੇ ਲਿਆ, ਸਖਤ ਸਟੈਂਡ ਹੈ। ਹੁਣ ਤੁਸੀਂ ਲਤੀਫਪੁਰਾ ਦਾ ਦੇਖ ਲਓ, ਲਤੀਫਪੁਰਾ 'ਚ ਕੀ ਸੀਗਾ? ਲਤੀਫਪੁਰਾ 'ਚ ਜੇ ਉਹਨਾਂ ਦੇ ਵਿਰੁੱਧ ਫੈਸਲਾ ਆ ਗਿਆ ਤੇ ਤੁਸੀਂ ਉਹ ਜਿਹੜੀ ਜ਼ਮੀਨ ਹੈ ਉਹਨਾਂ ਲੋਕਾਂ ਨੂੰ ਜਿਹੜਾ ਆ ਜੋ ਉੱਥੇ ਘੱਟ ਤੋਂ ਘੱਟ ਜਿਸ ਰੇਟ ਤੇ ਤੁਸੀਂ ਉਹਨਾਂ ਲੋਕਾਂ ਨੂੰ ਦੇ ਸਕਦੇ, ਜੇ ਕਰਦੇ ਹੋ ਉਹਨੇ ਦੀ ਜ਼ਮੀਨ ਨਹੀਂ, ਜਿਨੇ ਜਿਹਨੇ ਦੇ ਲੋਕ ਮਕਾਨ ਬੈ ਕੇ ਬਿਠੇ ਸੀ, ਅੱਜ ਪੋਹ ਦੀਆਂ ਰਾਤਾਂ ਦੇ ਵਿੱਚ ਲੋਕ ਬਾਹਰ ਬੈਠੇ ਨੇ। ਔਰ ਇਸੇ ਤਰ੍ਹਾਂ ਹੀ ਜਿਹੜਾ ਜੀਰੇ ਵਾਲਾ ਮਸਲਾ ਹੈ, ਜੀਰੇ ਵਾਲੇ ਮਸਲੇ ਤੇ ਵੀ ਸਰਕਾਰ ਨੇ ਕੋਈ ਸੰਜੀਦਗੀ ਨਹੀਂ ਦਿਖਾਈ। ਸਰਕਾਰ ਨੂੰ ਸੰਜੀਦਗੀ ਦਿਖਾਉਣੀ ਚਾਹੀਦੀ ਹੈ ਔਰ ਲੋਕਾਂ ਨੂੰ ਜਿਹੜਾ ਆ ਲੋਕਾਂ, ਕਿਉਂਕਿ ਇਹ ਤਾਂ ਗੱਲ ਮੰਨ ਕੇ ਚੱਲੋ ਕਿ ਉੱਥੇ ਵਾਤਾਵਰਨ ਜ਼ਹਿਰੀਲਾ ਹੋ ਚੁੱਕਾ ਹੈ। ਉਹਨੂੰ ਪਲੋਸਣ ਦੀ, ਉਹਨੂੰ ਸਮੇਟਣ ਦੀ, ਉਹਨੂੰ ਕੱਜਣ ਦੀ ਕੋਸ਼ਿਸ਼ ਜਿੰਨਾ ਮਰਜ਼ੀ ਕਰ ਲੈਣ, ਉਹ ਗੱਲ ਵੱਖਰੀ ਹੈ। ਪਰ ਇਸ ਤਰ੍ਹਾਂ ਸਰਕਾਰਾਂ ਨੂੰ ਨਹੀਂ ਕਰਨਾ ਚਾਹੀਦਾ। ਸੌਰੀ ਮੈਂ ਰੋਕ ਰਹੀ ਹਾਂ ਜੀ ਤੁਹਾਨੂੰ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਉਹਦੀਆਂ ਰਿਪੋਰਟਸ ਦੇ ਵਿੱਚ ਕੁਝ ਵੀ ਇਦਾਂ ਦਾ ਪੋਲਿਊਸ਼ਨ ਨਹੀਂ ਆਇਆ। ਇਹਦੇ ਤੇ ਫਿਰ ਤੁਸੀਂ, ਕਿਉਂਕਿ ਪਹਿਲਾਂ ਵੀ ਕਮੇਟੀ ਦੀ ਰਿਪੋਰਟ 'ਚ ਤੁਸੀਂ ਅਧਿਕਾਰੀਆਂ ਦੇ ਉੱਤੇ, ਬੋਰਡ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਇਹ ਨਾਲ ਰਲੇ ਹੋਏ ਨੇ ਐਂਡ ਮੈਨੀਪੂਲੇਟ ਕਰਦੇ ਨੇ, ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਹੁਣ ਤੁਹਾਨੂੰ ਕੋਈ ਆਸ਼ੰਕਾ ਹੈਗਾ ਕਿ ਇਹ ਰਿਪੋਰਟਸ ਜਿਹੜੀਆਂ ਨੇ ਮੈਨੀਪੂਲੇਟਡ ਹੋ ਸਕਦੀਆਂ ਨੇ ਸਰਕਾਰ ਦੇ ਹੱਕ 'ਚ ਬੋਲਣ ਲਈ? ਦੇਖੋ, ਮੈਂ ਇੱਕ ਬੇਨਤੀ ਕਰਾਂ ਜੀ, ਜਿਹੜੀਆਂ ਤੇ ਇਹਨਾਂ ਨੇ ਪਿੱਛੇ ਜੇ ਰਿਪੋਰਟਾਂ ਲਈਆਂ, ਬਾਹਰਲਾ ਟਾਈਮ ਤੇ ਹੋਇਆ ਨਹੀਂਗਾ, ਥੋੜਾ ਟਾਈਮ ਹੀ ਹੋਇਆ ਨਾ, ਜਿਨ੍ਹਾਂ ਬਾਰੇ ਸੰਤ ਸੀਚੇਵਾਲ ਜੀ ਕਹਿੰਦੇ ਆ ਜੀ ਰਿਪੋਰਟਾਂ ਆ ਗਈਆਂ ਜੀ, ਉਹ ਤੇ ਸਾਫ਼ ਸੁਥਰਾ ਪਾਣੀ ਹੈ ਜੀ। ਜਿਹੜੇ ਵਾਤਾਵਰਨ ਪ੍ਰੇਮੀ ਹੈ, ਹਾਂਜੀ, ਜਿਨ੍ਹਾਂ ਨੂੰ ਦੁਨੀਆ ਇਸੇ ਗੱਲੋਂ ਜਿਨ੍ਹਾਂ ਦੀ ਪਛਾਣ ਸੀਗੀ, ਉਹ ਵੀ ਜਾ ਕੇ ਡਿਸਟ੍ਰਿਕਟ ਦੇ ਹੱਕ 'ਚ ਖੜੋਤੇ, ਰਿਪੋਰਟਾਂ ਆ ਗਈਆਂ। ਹੁਣ ਰਿਪੋਰਟਾਂ ਤਾਂ ਅਸੀਂ ਦੇਖੋ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕਿਸ ਰੂਪ 'ਚ ਨੰਗਿਆ ਕੀਤਾ ਹੈ, ਵਿਧਾਨ ਸਭਾ ਦੀ ਕਮੇਟੀ ਨੇ ਨੰਗਿਆ ਕੀਤਾ ਹੈ, ਜਿਹੜੇ ਕਿ ਅਸੀਂ ਕੋਈ ਟੈਕਨੀਕਲ ਨਹੀਂ ਕਿ ਅਸੀਂ, ਪਰ ਕਈ ਗੱਲਾਂ ਹੁੰਦੀਆਂ ਨੇ, ਤੁਸੀਂ ਟੈਕਨੀਕਲ ਨਾਮ ਹੀ ਹੋ, ਤੁਹਾਡਾ ਜਿਹੜਾ ਦਿਮਾਗ ਉਹ ਦੱਸ ਦਿੰਦਾ ਹੈ, ਤੁਹਾਡੀਆਂ ਅੱਖਾਂ ਦੱਸ ਦਿੰਦੀਆਂ ਨੇ, ਤੁਹਾਡਾ ਸਾਰਾ ਕੁਝ ਵਾਤਾਵਰਨ ਜਿਹੜਾ ਉੱਥੋਂ ਦਾ, ਉਹ ਸਾਰਾ ਕੁਝ ਤੁਹਾਨੂੰ ਪਿਕਚਰ ਤੁਹਾਡੇ ਸਾਹਮਣੇ ਖੜੀ ਕਰ ਦਿੰਦਾ ਆ। ਤੇ ਉਹ ਜਿਹੜਾ ਆ ਇਹ 'ਚ ਕੋਈ ਡਰਾਮਾ ਨਹੀਂ ਗਿਆ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਿਹੜਾ ਕਿਸੇ ਦੇ ਇਸ਼ਾਰੇ ਦੇ ਉੱਤੇ ਹੀ ਇੱਥੇ ਜੇ ਸਾਂਝ ਪਗਾਈ ਗਈ। ਜਿਹੜੀ ਤੁਸੀਂ ਗੱਲ ਕਰਦੇ ਨੇ ਸਾਂਝਾਂ ਦੀ, ਅਕਾਲੀ ਦਲ ਵੇਲੇ ਨਹੀਂ, ਇੱਥੇ ਸਾਂਝ ਪਗਾਈ ਗਈ ਹੈ ਕਿ ਰਿਪੋਰਟਾਂ ਹੀ ਚੇਂਜ ਕਰ ਦਿੱਤੀਆਂ ਗਈਆਂ। ਉੱਥੇ ਪਾਣੀ ਵੇਖਣ ਵਾਲਾ ਨਹੀਂ। ਹਾਂਜੀ, ਜਿੱਥੋਂ ਮਰਜ਼ੀ ਜਾ ਕੇ ਤੁਸੀਂ ਸੈਂਪਲ ਲੈ ਲਓ ਤੇ ਮੇਰਾ ਖਿਆਲ ਕਿ ਸੈਂਪਲ ਫੇਲ ਆਊਗਾ, ਤੇ ਉਹ ਕਹਿੰਦੇ ਸੈਂਪਲ ਪਾਸ ਹੈ ਜੀ, ਕਿਉਂਕਿ ਬੜੀ ਵੱਡੀ ਸ਼ਕਤੀ ਹੈ ਮਗਰ। ਹਾਂਜੀ, ਇੱਕ ਬੜਾ ਵੱਡਾ ਧਨਾੜ ਬੰਦਾ ਹੈ, ਧਨਾੜ ਬੰਦੇ ਦੇ ਨਾਲ ਇੱਕ ਰਾਜਨੀਤਿਕ ਸ਼ਕਤੀ ਬੜੀ ਵੱਡੀ ਖੜੋਤੀ ਹੈ। ਤੇ ਜਦੋਂ ਉਹ ਸਾਰੀ ਆਣ ਕੇ ਖੜੋਤੀ ਹੋਊਗੀ ਤੇ ਕੌਣ ਵਿਚਾਰੇ ਐਕਸ਼ਨ ਜਾਂ ਜਿਹੜੇ ਉੱਥੇ SCUC ਹੈਗੇ ਨੇ ਜਾਂ SDO ਜਿਨ੍ਹਾਂ ਨੇ ਜਾਂ ਜਿਹੜੀਆਂ ਲੈਬੋਰਟਰੀਜ਼ ਨੇ ਇਹ ਵੱਖ-ਵੱਖ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ, ਜਿਨ੍ਹਾਂ ਨੇ ਇਹਦੀ ਰਿਪੋਰਟ ਦੇਣੀ ਹੈ, ਕਿਹਦੀ ਜ਼ਰੂਰਤ ਪੈਂਦੀ ਹੈ? ਆ ਜੇ ਸਾਂਝ ਜੀ। ਆਖਿਰ ਦੇ ਵਿੱਚ ਮੈਂ ਸਰਦਾਰ ਸਾਹਿਬ ਪੁੱਛਣਾ ਚਾਹਾਂਗੀ, ਤੁਸੀਂ ਸਕਾਟਲੈਂਡ ਦੌਰੇ ਤੇ ਗਏ ਸੀ, ਉੱਥੋਂ ਦੇ
ਡਿਸਟਿਲਰੀਜ਼ ਬਹੁਤ ਫੇਮਸ ਨੇ ਵਰਲਡ ਦੇ ਵਿੱਚ, ਕਿਵੇਂ ਤੁਸੀਂ ਵੇਖਿਆ ਕਿ ਉਹਨਾਂ ਨੇ ਕਿਵੇਂ ਸਾਂਭ ਸੰਭਾਲ ਆਪਣੇ ਵਾਤਾਵਰਣ ਦੀ ਕੀਤੀ, ਔਰ ਪੰਜਾਬ ਸਰਕਾਰ ਨੂੰ ਤੁਸੀਂ ਆਪਣੇ ਐਕਸਪੀਰੀਅੰਸ ਦੇ ਵਿੱਚੋਂ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਮਨਵੀਰ ਉਹ ਵਿਅਕਤੀ ਹਾਂ ਜਿਹਨੇ ਸ਼ਰਾਬ ਦੀ ਬੋਤਲ ਨੂੰ ਕਦੇ ਹੱਥ ਤੱਕ ਨਹੀਂ ਲਾਇਆ, ਮਤਲਬ ਟੱਚ ਨਹੀਂ ਕੀਤਾ ਕਦੇ। ਪਰ ਮੈਂ ਵੀ ਉੱਥੇ ਸਕਾਟਲੈਂਡ, ਜਿੱਥੇ ਲਾਹਣ ਉਹਨਾਂ ਦੀ ਬਣਦੀ ਹੈ, ਕਿਸ ਤਰ੍ਹਾਂ ਚੱਲਦੀ ਹੈ, ਕਿਵੇਂ ਨਿਕਲਦੀ ਹੈ, ਕਿੱਥੇ ਡਿਸਚਾਰਜ ਕਰਦੇ ਨੇ, ਕਿਸ ਰੂਪ ਚ ਕਰਦੇ ਨੇ, ਭਾਵੇਂ ਕਿ ਅਜੇ ਕੋਈ ਦਰਿਆ ਦੇ ਕੰਢੇ ਤੇ ਨੇ, ਦਰਿਆ ਦੇ ਕੰਢੇ ਤੇ ਨੇ, ਪਰ ਉਹ ਦਰਿਆ ਦੇ ਕੰਢੇ ਤੇ ਉਹਨਾਂ ਨੇ ਇਸ ਕਰਕੇ ਹੈ ਕਿ ਜਿਹੜੀ ਉੱਥੇ ਉਹ ਸਕੌਚ ਬਣਾਉਂਦੇ ਨੇ, ਉੱਥੋਂ ਦੀ ਧਰਤੀ ਕੁਛ ਇਸ ਤਰ੍ਹਾਂ ਦੀ ਹੈ ਦਰਿਆ ਦੇ ਕੰਢੇ ਦੀ ਕਿ ਉਹਦਾ ਸਵਾਦ, ਕੋਈ ਟੇਸਟ ਉਹਦਾ ਕੋਈ ਵਧੀਆ ਉਹ ਦੱਸਦੇ ਇਸ ਕਰਕੇ ਬਣਦੀ। ਜਦੋਂ ਇਹ ਉਹਨੂੰ ਐਕਸਪਲੇਨ ਜੇ ਮੈਂ ਸ਼ਬਦਾਂ ਚ ਕਹਾਂ ਨਾ, ਨਹੀਂ ਕਰ ਸਕਦਾ। ਸਾਡੀ ਵਾਲੀਆਂ ਡਿਸਟਿਲਰੀਜ਼ ਤੇ ਉਹਨਾਂ ਡਿਸਟਿਲਰੀਆਂ ਚ ਜ਼ਮੀਨ ਅਸਮਾਨ ਦਾ ਫਰਕ ਹੈ। ਇੱਕ ਬੰਨੇ ਤੁਸੀਂ ਕਹਿ ਦਿਓ ਕਿ ਕੂੜੇ ਦਾ ਢੇਰ ਹੈ, ਤੇ ਦੂਜੇ ਬੰਨੇ ਇੱਕ ਸਾਫ਼ ਸੁਥਰਾ ਘਰ ਹੈ। ਇਹ ਤੁਸੀਂ ਹਿਸਾਬ ਤਾਂ ਲਾ ਸਕਦੇ ਕਿ ਜੇ ਦੋ ਸ਼ਬਦਾਂ ਚ ਕਹਿਣਾ ਹੋਵੇ, ਕਿਸੇ ਤਰ੍ਹਾਂ ਦੀ ਕੋਈ ਸਮੈਲ ਨਹੀਂ ਉੱਥੇ, ਔਰ ਐ ਸਾਫ਼ ਚਮਕਦੇ, ਹਰ ਚੀਜ਼ ਚਮਕਦੀ ਹੈ, ਨਜ਼ਰ ਆਉਂਦੀ ਹੈ। ਤੇ ਜੇ ਨਹੀਂ ਤੇ ਆਜੂ ਜਾ ਕੇ ਜਿਹੜੇ ਲੋਕ ਕਹਿੰਦੇ ਆ ਕਿ ਨਹੀਂ ਜੀ ਡਿਸਟਿਲਰੀਆਂ ਇਸ ਤਰ੍ਹਾਂ ਹੋਣੀਆਂ ਚਾਹੀਦੀਆਂ, ਉਤਰੀਆਂ ਹੋਣੀਆਂ ਚਾਹੀਦੀਆਂ, ਕਿਉਂ ਨਹੀਂ ਉਹੋ ਜਿਹੀਆਂ ਹੋ ਸਕਦੀਆਂ? ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਉੱਥੇ ਚੱਲ ਸਕਦੀਆਂ ਨੇ ਤੇ ਇੱਥੇ ਕਿਉਂ ਨਹੀਂ ਉਹੋ ਜਿਹਾ ਵਾਤਾਵਰਨ ਸਿਰਜਿਆ ਜਾ ਸਕਦਾ? ਕਿਉਂ ਨਹੀਂ ਉਹੋ ਜਿਹਾ ਸਿਸਟਮ ਇੱਥੇ ਕੀਤਾ ਜਾ ਸਕਦਾ? ਨਿਯਮ ਤੇ ਉਹੀ ਨੇ, ਮਟੀਰੀਅਲ ਉਹੀ ਹੈ, ਸਾਰਾ ਕੁਝ ਮਸ਼ੀਨਰੀ ਉਹੀ ਹੈ। ਤੇ ਜੇ ਮਸ਼ੀਨਰੀ ਉਹੀ ਹੈ, ਮਟੀਰੀਅਲ ਉਹੀ ਹੈ, ਨਿਯਮ ਉਹੀ ਹੈ, ਤੇ ਫਿਰ ਉੱਥੋਂ ਵਾਲੇ ਨਿਯਮ ਇੱਥੇ ਕਿਉਂ ਨਹੀਂ ਲਾਗੂ ਹੁੰਦੇ? ਉਹ ਹੋਣੇ ਚਾਹੀਦੇ ਆ ਸਕਾਟਲੈਂਡ ਵਾਲੇ। ਕੋਈ ਬਲੂਪ੍ਰਿੰਟ, ਕੋਈ ਮੈਪ ਤੁਸੀਂ ਬਣਾ ਕੇ ਦਿੱਤਾ ਵੀ ਇਸ ਢੰਗ ਦੇ ਨਾਲ ਕੰਮ ਕਰੋ, ਕੋਈ ਰੋਡ ਮੈਪ? ਰੋਡ ਮੈਪ ਹੀ ਆ, ਤੁਸੀਂ ਸਾਰੀ ਪੜ੍ਹ ਲਓ। ਰੋਡ ਮੈਪ ਹੀ ਅਸੀਂ ਤਾਂ ਕਹਿਤਾ ਸਕਾਟਲੈਂਡ ਦੀ ਜਿਹੜੀਆਂ ਡਿਸਟਿਲਰੀ ਜਿਹਨੇ 5 ਸਟਾਰ ਹੋਟਲ ਵਰਗੀਆਂ ਨੇ, ਹਾਂਜੀ, ਉਹਦੇ ਬਾਰੇ ਅਸੀਂ ਸਾਰਾ ਕੁਝ ਦੋ ਸ਼ਬਦਾਂ ਦੇ ਵਿੱਚ ਇਹੀ ਗੱਲ ਨਿਬੇੜਤੀ। ਤੇ ਆਪਦੇ ਵਾਲੀਆਂ ਦਾ ਪੋਲਿਊਸ਼ਨ ਕੰਟਰੋਲ ਬੋਰਡ ਦੇ ਨਿਯਮ ਸਟਰੋਂਗ ਨੇ ਕਿ ਉੱਥੋਂ ਦੇ ਲੋਕਾਂ ਦੇ ਵਿੱਚ, ਬਿਜ਼ਨਸਮੈਨਾਂ, ਕਾਰੋਬਾਰੀਆਂ 'ਚ ਨੈਤਿਕਤਾ ਹੈ ਜਾਂ ਵਾਤਾਵਰਣ ਪ੍ਰਤੀ ਪ੍ਰੇਮ ਹੈ? ਕਿਹੜੀ ਚੀਜ਼ ਦਾ ਮੇਨ ਡਿਫਰੈਂਸ ਹੈ ਜੀ? ਦੇਖੋ, ਨਿਯਮ ਸਾਡੇ ਬੜੇ ਵਧੀਆ ਨੇ, ਸਾਡੇ ਕਾਨੂੰਨ 'ਚ ਕੋਈ ਘਾਟ ਨਹੀਂ, ਕੋਈ ਘਾਟ ਨਹੀਂ। ਜਿਵੇਂ ਮੈਂ ਕਹਿ ਦੇਵਾਂ, ਗੱਲ ਉਹਦੀ ਇੰਪਲੀਮੈਂਟੇਸ਼ਨ ਦੀ। ਇੰਪਲੀਮੈਂਟੇਸ਼ਨ ਕਰਨ ਵਾਲੀਆਂ ਜਿਹੜੀਆਂ ਅਥਾਰਟੀਜ਼ ਨੇ, ਜਿਹੜੇ ਇਨਫੋਰਸਮੈਂਟ ਏਜੰਸੀਜ਼ ਨੇ, ਜੇ ਕੁੱਤਾ ਤੇ ਚੋਰ ਰਲ ਜਾਣਗੇ ਜਾਂ ਚੋਰ ਤੇ ਕੁੱਤੀ ਰਲ ਜਾਣਗੇ ਤੇ ਫਿਰ ਉੱਥੇ ਘਰ ਵਾਲਾ ਕੀ ਕਰ ਲੂਗਾ? ਇਸ ਕਰਕੇ ਇਹ ਹਾਲਾਤ ਜਿਹੜੇ ਨੇ, ਜੇ ਇਨਫੋਰਸਮੈਂਟ ਏਜੰਸੀ ਜਿਹੜੀਆਂ ਨੇ ਉਹ ਕਾਨੂੰਨ ਲਾਗੂ ਕਰਨ ਤੇ, ਨਿਯਮ ਲਾਗੂ ਕਰਨ ਤੇ ਆ ਜਾਣ, ਤੇ ਡਿਸਟਿਲਰੀ ਵਾਲਿਆਂ ਦੀ ਜ਼ਰੂਰਤ ਨਹੀਂ ਹੈਗੀ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਆ ਉਹ ਕੋਈ ਗੰਦ ਪਾ ਸਕਣ ਜਾਂ ਪ੍ਰਦੂਸ਼ਣ ਫੈਲਾ ਸਕਣ। ਕੌਣ ਸਹੀ ਕਰ ਸਕਦਾ ਹੈ ਇਹਨਾਂ ਇੰਸਟੀਟਿਊਸ਼ਨਸ ਨੂੰ? ਨਹੀਂ ਕਰਨਾ ਚਾਹੀਦਾ। ਇਹ ਦੇਖੋ, ਮੈਂ ਇੱਕ ਗੱਲ ਦੱਸਾਂ ਜੀ, ਇਹ ਹੁਣ ਇੱਥੋਂ ਆ ਗਿਆ, ਇੱਥੋਂ ਤੱਕ ਚਲਾ ਗਿਆ ਕਿ ਜੇ ਨਹੀਂ ਕਰੋਗੇ ਤੇ ਆਪਾਂ ਬਾਕੀ ਗੱਲਾਂ ਕਰਦੇ ਜੀ, ਸਾਡੇ ਆਹ ਚੀਜ਼ ਆ ਗਈ, ਸਾਡੇ ਉਹ ਚੀਜ਼ ਆ ਗਈ ਜੀ, ਹਾਂਜੀ। ਤੇ ਇਹ ਸਭ ਤੋਂ ਖਤਰਨਾਕ ਹੈ। ਜਿਹੜਾ ਸਾਡਾ ਪਾਣੀ ਜਿਹੜਾ ਆ, ਪੌਣ ਤੇ ਪਾਣੀ, ਹਵਾ ਤੇ ਪਾਣੀ ਜਿਹੜਾ ਸਾਡਾ ਪ੍ਰਦੂਸ਼ਿਤ ਹੋ ਰਿਹਾ ਹੈ, ਇਹ ਜਿਸ ਤਰ੍ਹਾਂ ਅਸੀਂ ਦੇਖੋ, ਮੈਂ ਮਨਵੀਰ, ਤੁਸੀਂ ਬਹੁਤ ਛੋਟੇ ਹੋਣੇ ਜੀ, ਅਸੀਂ ਛੱਪੜਾਂ ਚ ਨਹਾਉਂਦੇ ਰਹੇ। ਜੋ ਛੋਟੇ ਹੁੰਦੇ ਸੀ, ਪਿੰਡਾਂ 'ਚ ਛੱਪੜ ਹੁੰਦੇ ਸੀਗੇ, ਉੱਥੇ ਡੰਗਰ ਨਵਾ ਲੈਣੇ, ਵਿੱਚ ਹੀ ਆਪ ਨਹਾ ਲੈਣਾ, ਨਿੱਕੇ ਨਿੱਕੇ ਹੁੰਦੇ ਸੀਗੇ। ਅੱਜ ਤੁਸੀਂ ਛੱਪੜਾਂ ਦਾ ਦੇਖੋ, ਅੱਜ ਤੁਸੀਂ ਦਰਿਆਵਾਂ ਦਾ ਦੇਖੋ, ਅੱਜ ਤੁਸੀਂ ਬੁੱਢਾ ਨਾਲਾ ਦੇਖੋ, ਅੱਜ ਤੁਸੀਂ ਜਿੱਥੇ ਕਿਤੇ ਡਿਸਟਿਲਰੀ ਬਣੀ ਉਹਦੇ ਲਾਗੇ ਬੰਨੇ ਕੋਈ ਨਾਲਾ ਲੰਘਦਾ, ਉੱਥੇ ਜਾ ਕੇ ਦੇਖੋ। ਆ ਸਾਡੇ ਇੱਥੇ ਅੰਮ੍ਰਿਤਸਰ, ਮੇਰੇ ਲਾਗੇ, ਘਰ ਦੇ ਲਾਗੇ ਇੱਕ ਨਾਲਾ ਲੰਘਦਾ ਆ, ਜੇ ਕਿਤੇ ਉਹ ਜਾ ਕੇ ਤੁਸੀਂ ਦੇਖ ਲਓ, ਕਿਉਂਕਿ ਉਹਨਾਂ ਦੇ ਵਿੱਚ ਜਿਹੜਾ ਇੰਡਸਟਰੀ ਦਾ ਪਾਣੀ ਸਿੱਧਾ ਸੁੱਟ ਦਿੰਦੇ ਨੇ। ਮੈਂ ਬੁੱਢੇ ਨਾਲੇ ਤੇ ਮੈਂ ਜਦੋਂ ਮੈਂ ਕਮੇਟੀ ਦਾ ਸੀਗਾ, ਮੈਂ ਉੱਥੇ ਗਿਆ, ਉਹਦੀਆਂ ਵੀ ਰეკਮੈਂਡੇਸ਼ਨ ਕੀਤੀਆਂ ਸੀਗੀਆਂ। ਮੈਂ ਤੇ ਜਾਖੜ ਸਾਹਿਬ ਦੋਵੇਂ ਸੀਗੇ, ਹਾਂਜੀ, ਜਾਖੜ ਸਾਹਿਬ ਮੇਰੇ ਨਾਲ ਮੈਂਬਰ ਸੀ, ਮੈਂ ਚੇਅਰਮੈਨ ਸੀਗਾ। ਤੇ ਅਸੀਂ ਜਿਹੜੀਆਂ ਉੱਥੇ ਦੇਖਦੇ ਰਹੇ ਹਾਂ, ਔਰ ਅਸੀਂ ਬੜੀ ਆਪਦੀ ਵੱਲੋਂ ਸਖਤੀ ਵਾਲਾ ਕੁੰਡਾ ਖੜਕਾਉਣ ਦੀ ਕੋਸ਼ਿਸ਼ ਕੀਤੀ। ਇਹ ਸਖਤੀ ਕਰਨੀ ਪਊਗੀ, ਤਦ ਹੀ ਸਾਡਾ ਜਿਹੜਾ ਗੁਰੂ ਸਾਹਿਬਾਨ ਨੇ ਸਾਨੂੰ ਕਿਹਾ ਕਿ ਪਵਨ ਗੁਰੂ ਪਾਣੀ ਪਿਤਾ, ਹਾਂਜੀ, ਇਹ ਤਦ ਹੀ ਸਾਡਾ ਬਚ ਸਕਦਾ, ਤਦ ਹੀ ਸਾਡੀ ਧਰਤੀ ਮਾਂ ਬਚ ਸਕਦੀ ਹੈ, ਤੇ ਤਦ ਹੀ ਜ਼ਿੰਦਗੀਆਂ ਬਚ ਸਕਦੀਆਂ। ਸਰਦਾਰ ਸਾਹਿਬ, ਤੁਸੀਂ ਆਪਣਾ ਸਮਾਂ ਕੱਢਿਆ, ਤੁਹਾਡਾ ਬਹੁਤ ਧੰਨਵਾਦ। ਤੇ ਐਂਡ ਦੇ ਵਿੱਚ ਜੋ ਕੁਝ ਵੀ ਤੁਸੀਂ ਦਰਸ਼ਕਾਂ ਲਈ ਕਹਿਣਾ ਚਾਹੋ, ਖਾਸ ਤੌਰ ਤੇ ਵਾਤਾਵਰਣ ਦੇ ਪ੍ਰਤੀ। ਦੇਖੋ,
ਮਨਵੀਰ, ਮੈਂ ਤੇ ਸਭ ਤੋਂ ਪਹਿਲਾਂ ਤੇ ਉਹਨਾਂ ਲੋਕਾਂ ਨੂੰ, ਜਿਨ੍ਹਾਂ ਲੋਕਾਂ ਨੇ ਜੁਰਤ ਕੀਤੀ ਹੈ ਵਾਤਾਵਰਣ ਦੀ ਇੱਕ ਲੜਾਈ ਵਾਸਤੇ ਅੱਗੇ ਆਏ ਨੇ, ਜਿਨ੍ਹਾਂ ਨੇ ਇਹਨੂੰ ਬਹੁਤ ਵੱਡਾ ਮੁੱਦਾ ਬਣਾਤਾ ਆ, ਸਰਕਾਰਾਂ ਨੂੰ ਤੇ ਅਦਾਲਤਾਂ ਨੂੰ ਚਿੰਤਾ ਚ ਪਾਤਾ ਆ, ਔਰ ਲੋਕ ਸੁਚੇਤ ਹੋਏ ਨੇ। ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ, ਉਹਨਾਂ ਨੂੰ ਵਧਾਈ ਦਿੰਦਾ। ਔਰ ਮੈਨੂੰ ਕਈ ਸਵਾਲ ਕਰ ਦਿੰਦੇ ਕਿ ਵਲਟੋਆ ਸਾਹਿਬ, ਤੁਹਾਨੂੰ ਉੱਥੇ ਜਾਣਾ ਚਾਹੀਦਾ ਸੀਗਾ। ਮੈਂ ਕਿਹਾ ਜਾਣ ਨੂੰ ਤੇ ਮੇਰਾ ਵੀ ਜੀ ਕਰਦਾ ਹੈ, ਪਰ ਸਾਡੇ ਵਰਗੇ ਜਾਣਗੇ, 4 ਸਵਾਲ ਉੱਥੇ ਪੱਤਰਕਾਰ ਕਰਨਗੇ ਜਾਂ ਕੋਈ ਹੋਰ ਕਰਨਗੇ। ਅਸੀਂ ਸਿਆਸੀ, ਸਾਡੇ ਤੇ ਸਿਆਸੀ ਠੱਪਾ ਲੱਗਾ, ਭਾਵੇਂ ਅਸੀਂ ਸਿਆਸੀ ਨਹੀਂ ਗਏ ਨਾ। ਮਨਵੀਰ, ਮੇਰੇ ਨਾਨਕਿਆਂ 'ਚ ਕੋਈ ਸਿਆਸੀ ਸੀ ਤੇ ਨਾ ਦਾਦਕਿਆਂ 'ਚ ਸਿਆਸੀ ਸੀ। ਇਹ ਤਾਂ ਪਤਾ ਨਹੀਂ ਕਿੱਥੋਂ ਕਿਵੇਂ ਮਹਾਰਾਜ ਨੇ ਕਿਰਪਾ ਕਰਤੀ, ਆਮ ਜੱਟ ਘਰ 'ਚ, ਕਿਸਾਨ ਘਰ 'ਚ ਪੈਦਾ ਹੋਏ ਸੀਗੇ ਤੇ ਰੱਬ ਨੇ ਰਸਤਾ ਖੋਲਤਾ, ਬਾਦਲ ਸਾਹਿਬ ਨੇ ਮੋਢੇ ਤੇ ਹੱਥ ਧਰਤਾ ਤੇ ਇੱਥੋਂ ਤੱਕ ਲੈ ਗਏ। ਨਹੀਂ ਤੇ ਅਸੀਂ ਤੇ ਉਸ ਮੌਕੇ ਤੇ ਅੱਜ ਵੀ ਸਮਝਦੇ ਕਿ ਸਾਡੀ ਮਹਾਰਾਜ ਸੱਚੇ ਪਾਤਸ਼ਾਹ ਨੇ ਜ਼ਿੰਦਗੀਆਂ ਬਖਸ਼ੀਆਂ ਆ, ਬੋਨਸਲੀ ਜ਼ਿੰਦਗੀ ਦਿੱਤੀ ਹੈ। ਹਾਂਜੀ, ਨਹੀਂ ਤਾਂ ਸਾਡੇ ਵੀ ਹੁਣ ਤੋਂ ਘਰਦਿਆਂ ਨੂੰ ਭੁੱਲਿਆ ਹੁੰਦਾ ਕਿ ਵਿਰਸਾ ਹੋਵੇ, ਵਲਟੋਆ ਸਾਡੇ ਵਿਰਸਾ ਹੋਵੇ ਕੋਈ ਜੰਮਿਆ, ਵਲਟੋਆ ਤਾਂ ਬਾਅਦ ਚ ਲੱਗਾ, ਇਹ ਵੀ ਜੰਮਿਆ ਕਿਤੇ ਪਤਾ ਨਹੀਂ ਕਿਹੜੇ ਲੇਖੇ ਲੱਗੇ ਹੁੰਦੇ। ਹਾਂਜੀ, ਉਹ ਜੇਲਾਂ ਜੂਲਾਂ ਕੱਟ ਕੁੱਟ ਕੇ, ਛਿੱਤਰ ਖਾ ਕੇ, ਕੇਸ ਕੁਸ ਭੁਗਤ ਕੇ ਲੋਕਾਂ ਨੇ 2 ਵਾਰਾਂ ਵਿਧਾਨ ਸਭਾ 'ਚ ਚਾੜਤਾ ਆ। ਜੇ ਗਾਂ ਕਰਮਾ ਜੂਗਾ ਜੀ ਚਾੜ ਦੇਣਗੇ। ਇਸ ਕਰਕੇ ਜਿਹੜਾ ਆ, ਮੈਂ ਤਾਂ ਲੋਕਾਂ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਬਹੁਤ ਵਧੀਆ ਪੰਜਾਬ ਦੇ ਵਿੱਚ ਗੱਲ ਚੱਲੀ ਹੈ, ਔਰ ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ। ਅਸੀਂ ਜਿਹੜੇ ਖਾਦਾਂ ਦਵਾਈਆਂ ਵੀ ਅੰਨ੍ਹੇਵਾਹ ਵਰਤੀ ਜਾਂਦੇ ਆ, ਹਾਂਜੀ, ਉਹਦੇ ਤੋਂ ਵੀ ਸਾਨੂੰ ਬਚਣ ਦੀ ਲੋੜ ਹੈ। ਵਾਤਾਵਰਨ ਤਾਂ ਦੀ ਸਾਡਾ ਜਿਹੜਾ ਸ਼ੁੱਧ ਰਹੂਗਾ। ਪਾਣੀ ਦੀ ਵੀ ਵਰਤੋਂ ਘੱਟ ਕਰਨੀ ਚਾਹੀਏ। ਜਿਸ ਤਰ੍ਹਾਂ ਅਸੀਂ ਪਾਣੀ ਦੀ ਵਰਤੋਂ ਕਰਦੇ ਆ, ਕਈ ਵਾਰ ਪਿੰਡਾਂ ਨੂੰ ਕਹਿੰਦੇ ਕਿ ਝੋਨੇ ਲਾਉਂਦੇ ਆ ਜੀ, ਬੋਰ ਬੰਦ ਹੋਣੇ ਚਾਹੀਦੇ ਆ। ਮਨਵੀਰ, ਤੁਸੀਂ ਦੱਸਿਆ ਜੇ ਤੁਹਾਡੇ ਘਰ 'ਚ ਵੀ ਗੱਡੀ ਹੋਣੀ ਹੈਗੀ ਹੈ ਨਾ, ਰੋਜ਼ ਧੁੱਪਦੀ ਹੈ ਨਾ, ਧੋਂਦਾ ਹੀ ਹੈ ਨਾ ਕੋਈ, ਤੇ ਮੇਰਾ ਖਿਆਲ ਹੈ ਕਿ ਇੱਕ ਕਨਾਲ ਥਾਂ ਭਰ ਜਾਂਦਾ ਹੋਣਾ ਜਿੰਨਾ ਪਾਣੀ ਕੱਲੀ ਕਾਰ ਤੇ ਲੱਗ ਜਾਂਦਾ। ਠੀਕ ਹੈ ਨਾ। ਜਿੰਨੀ ਵੇਸਟੇਜ ਅਸੀਂ ਕਰਦੇ ਆ ਨਾ, ਸ਼ਹਿਰਾਂ ਵਾਲੇ ਕਹਿੰਦੇ, ਪਿੰਡਾਂ ਵਾਲੇ ਕਣਕ ਝੋਨਾ ਲਾਉਂਦੇ ਆ ਜੀ, ਉਹ ਕਰਤਾ ਜੀ, ਉਹ ਕਰਤਾ ਜੀ। ਪਿੰਡਾਂ ਵਾਲੇ ਤੁਸੀਂ ਤਾਂ ਉਹਦੇ ਸਿਰ ਤੋਂ ਰੋਟੀ ਖਾਂਦੇ ਜੀ, ਤੇ ਕਾਰਾਂ ਦੇ ਉੱਤੇ ਅਸੀਂ ਉਹ ਕਨਾਲ ਪਾਣੀ ਦਾ ਜ਼ਮੀਨ ਦਾ ਥਾਂ ਭਰ ਜਾਂਦਾ, ਉਹ ਅਸੀਂ ਕਾਰ ਧੋਣ ਤੇ ਲਾ ਦਿੰਦੇ ਆ, ਉਹਦੀ ਕੋਈ ਗੱਲ ਨਹੀਂ ਕਰਦਾ। ਹਾਂਜੀ, 10 ਮੱਗਾਂ ਦੇ ਨਾਲ ਬੰਦਾ ਨਹਾ ਸਕਦਾ ਆ, ਤੇ ਮੇਰਾ ਖਿਆਲ ਹੈ ਅਸੀਂ 10 ਬਾਲਟੀਆਂ ਰੋੜ ਦਿੰਦੇ ਆ, ਟੂਟੀ ਖੁੱਲੀ ਪਈ ਹੈ। ਇਸ ਕਰਕੇ ਜਿਹੜਾ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ। ਚਾਹੇ ਪਿੰਡਾਂ 'ਚ ਰਹਿੰਦੇ ਆ, ਚਾਹੇ ਸ਼ਹਿਰਾਂ 'ਚ ਰਹਿੰਦੇ ਆ, ਪਾਣੀ ਦੀ ਵੇਸਟੇਜ ਤੋਂ ਬਚੋ, ਪਾਣੀ ਨੂੰ ਸਾਫ਼ ਤੇ ਸੁਥਰਾ ਕਰੋ। ਜੋ ਇਹਨੂੰ ਸਾਫ਼ ਸੁਥਰਾ ਕਰਨ ਵਾਸਤੇ ਰੋਲ ਅਦਾ ਕਰ ਸਕਦੇ ਜੀ, ਉਹ ਕਰਨਾ ਚਾਹੀਦਾ, ਹਰ ਇੱਕ ਨੂੰ ਕਰਨਾ ਚਾਹੀਦਾ। ਔਰ ਅਸੀਂ ਵਿਧਾਨ ਸਭਾ ਦੀ ਜੇ ਸਾਡੀ ਜ਼ਿੰਮੇਵਾਰੀ ਲਾਈ, ਅਸੀਂ ਉਸ ਜ਼ਿੰਮੇਵਾਰੀ ਨੂੰ, ਭਾਵੇਂ ਅੱਜ ਤੋਂ 12 ਸਾਲ ਪਹਿਲਾਂ ਸੀਗਾ, ਖੰਡਿਆ ਖੜਕਾ ਕੇ ਅਸੀਂ ਆਪਦੀ ਰਿਪੋਰਟ ਦਿੱਤੀ ਸੀਗੀ, ਉਹ ਅੱਜ ਵੀ ਵੈਲਿਡ ਹੈ। ਅੱਜ ਦੀ ਸਰਕਾਰ ਵੀ ਜਿਹੜੀ ਆ ਉਹਦੇ ਉੱਤੇ ਐਕਸ਼ਨ ਲੈ ਸਕਦੀ।